ਕੀਤੇ ਵਾਅਦੇ ਮੁਤਾਬਕ ਸਾਡੇ ਨਾਲ ਪੁੱਕੀ ਕੋਈ ਤੋਂ ਵੀਰ ਅਵਤਾਰ ਤਰਕਸ਼ੀਲ ਪਹੁੰਚ ਗਏ ਨੇ। ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਔਰ ਹਮੇਸ਼ਾ ਸਮੇਂ ਦੇ ਬੜੇ ਪਾਬੰਦ ਹੁੰਦੇ ਨੇ। ਵੱਖ-ਵੱਖ ਮਾਮਲਿਆਂ ਦੇ ਉੱਤੇ ਇਹਨਾਂ ਦੇ ਨਾਲ ਵਿਚਾਰ ਚਰਚਾ ਚੱਲਦੀ ਰਹਿੰਦੀ ਹੈ। ਪ੍ਰੋਗਰਾਮ ਨਾਲੇ ਗੱਲਾਂ ਨਾਲੇ ਗੀਤ ਦੇ ਵਿੱਚ ਇੱਕ ਵਾਰ ਫੇਰ ਵੀਰ ਅਵਤਾਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਰਮਿੰਦਰ ਸਿੰਘ ਜੀ ਤੇ ਸਾਰੇ ਸੁਣ ਰਹੇ ਪ੍ਰੋਗਰਾਮ ਵਾਲੇ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ। ਅਵਤਾਰ ਭਾਜੀ, ਮੈਂ ਦੇਖ ਰਿਹਾ ਪਿਛਲੇ ਕਾਫੀ ਸਮੇਂ ਤੋਂ ਤੁਸੀਂ ਜਦੋਂ ਤੋਂ ਸੋਸ਼ਲ ਮੀਡੀਆ ਤੇ ਸਰਗਰਮ ਹੋਏ ਹੋ, ਤੁਸੀਂ ਵੱਖ-ਵੱਖ ਮੁੱਦਿਆਂ ਦੇ ਉੱਤੇ ਕਲਮ ਅਜ਼ਮਾਈ ਕੀਤੀ ਹੈ। ਮੇਰਾ ਇਹ ਵੀ ਮੰਨਣਾ ਹੈ ਕਿ ਜਿਹੜਾ ਕਿਸਾਨ ਸੰਘਰਸ਼ ਵਾਲਾ ਮੁੱਦਾ ਇਹ ਕਾਫੀ ਚਿਰਾਂ ਤੋਂ ਸਾਡੇ ਮਨਾਂ ਦੇ ਵਿੱਚ ਸੀ ਤੇ ਹੁਣ ਆ ਕੇ ਅੰਦੋਲਨ ਦਾ ਰੂਪ ਧਾਰਨ ਕਰ ਗਿਆ। ਤੁਸੀਂ ਇਸ ਸਾਰੇ ਮਾਮਲੇ ਨੂੰ ਬੈਕਗ੍ਰਾਉਂਡ ਜਾਂ ਪਿਛੋਕੜ ਤੋਂ ਕਿਵੇਂ ਦੇਖਦੇ ਹੋ? ਹਾਂਜੀ, ਬਿਲਕੁਲ ਪਰਮਿੰਦਰ ਸਿੰਘ ਜੀ, ਕਿਸਾਨ ਬਿੱਲ ਭਾਵੇਂ ਹੁਣ ਆਏ ਆ ਜੀ, ਪਰ ਆਪਾਂ ਕਹਿ ਸਕਦੇ ਬਹੁਤ ਸਾਰੇ ਲੋਕ ਇਹਨਾਂ ਬਾਰੇ ਹੁਣ ਜਾਣੂ ਹੋਏ ਆ, ਪਰ ਜਿਹੜੇ ਲੋਕ ਖੱਬੇ ਪੱਖੀ ਸੰਸਥਾਵਾਂ ਦੇ ਨਾਲ ਜੁੜੇ ਹੋ ਆ ਤੇ ਉਹਨਾਂ ਨੂੰ ਇਹਦੇ ਬਾਰੇ ਪਹਿਲਾਂ ਵੀ ਪਤਾ ਸੀ ਵੀ ਕਾਰਪੋਰੇਟ ਘਰਾਣੇ ਜਿਹੜੇ ਆ ਕਿਸੇ ਵੇਲੇ ਜ਼ਮੀਨਾਂ ਹਥਿਆਉਣਗੇ। ਅੱਛਾ ਜੀ। ਤੇ ਜਿਹੜੇ ਉਹ ਪ੍ਰੋਗਰਾਮ ਹੁੰਦੇ ਸੀ ਉਹਨਾਂ ਦੇ ਖੱਬੇ ਪੱਖੀ ਪ੍ਰੋਗਰਾਮ ਜਾਂ ਜਿਹੜਾ ਲਿਟਰੇਚਰ ਛਪਦਾ ਸੀ ਉਹਦੇ ਵਿੱਚ ਇਹੀ ਦੱਸਿਆ ਜਾਂਦਾ ਸੀਗਾ ਜੀ ਵੀ ਕਾਰਪੋਰੇਟ ਘਰਾਣਿਆਂ ਨੇ ਤੁਹਾਡੀਆਂ ਜਿੱਦਾਂ ਜ਼ਮੀਨਾਂ ਹਥਿਆ ਲੈਣੀਆਂ। ਓਕੇ। ਪਰ ਕਿਉਂਕਿ ਜਿਹੜੇ ਲੋਕ ਉਹਨਾਂ ਨਾਲ ਨਹੀਂ ਜੁੜੇ ਸੀ, ਉਹਨਾਂ ਨੂੰ ਇਹ ਜਾਣਕਾਰੀ ਨਹੀਂ ਮਿਲਦੀ, ਜਾਂ ਜਿਹੜੇ ਉਹ ਲਿਟਰੇਚਰ ਨਹੀਂ ਪੜ੍ਹਦੇ ਸੀਗੇ ਉਹਨਾਂ ਨੂੰ ਉਸ ਬਾਰੇ ਜਾਣਕਾਰੀ ਨਹੀਂ ਮਿਲੀ, ਉਹਨਾਂ ਨੂੰ ਹੁਣ ਮਿਲੀ ਆ। ਪਰ ਸਾਡੇ ਵਾਸਤੇ ਕੋਈ ਨਵੀਂ ਗੱਲ ਨਹੀਂ ਹੈ ਵੀ ਇਹ ਕਿਸਾਨ ਬਿੱਲ ਇਦਾਂ ਦੇ ਆਏ ਆ। ਸਾਨੂੰ ਆਸ ਸੀ ਵੀ ਇਦਾਂ ਹੋਣੀ ਆ, ਕਿਉਂਕਿ ਬੀਤੇ ਸਮਿਆਂ ਦੇ ਵਿੱਚ ਜੋ ਕੁਝ ਹੁਣ ਤੱਕ ਮੋਦੀ ਸਾਹਿਬ ਨੇ ਕੀਤਾ, ਉਹ ਕਹਿੰਦੇ ਨਾ ਵੀ ਉਹ ਪਿੰਡਾਂ ਦਾ ਜਿਹੜਾ ਝੋਨਾ ਕਿੰਨਾ ਕੁ ਉਹ ਪਰਾਲੀ ਤੋਂ ਪਤਾ ਲੱਗ ਜਾਂਦਾ। ਬਿਲਕੁਲ ਜੀ। ਤੇ ਉਹ ਹੁਣ ਦਿਸ ਰਿਹਾ ਸੀ ਜੇ ਸਾਰਾ ਨੋਟਬੰਦੀ, GST, ਧਾਰਾ 370, CA, ਉਹ ਸਾਰਾ ਕੁਝ ਇੱਕ ਕੜੀ ਦੇ ਵਿੱਚ ਆਖਰਕਾਰ ਇਹ ਜਿਹੜਾ ਇੱਥੇ ਤੱਕ ਆ ਕੇ ਕਹਾਣੀ ਮੁੱਕੀ ਵੀ ਉਹਨਾਂ ਨੇ ਸਾਡੇ ਉੱਤੇ ਮੱਲੋ ਮੱਲੀ ਇਹ ਕਹਿ ਕੇ ਚੀਜ਼ਾਂ ਥੋਪ ਦਿੱਤੀਆਂ ਕਿ ਕਿਸਾਨਾਂ ਦੀ ਆਮਦਨ ਸਾਲ ਦੇ ਵਿੱਚ ਦੁੱਗਣੀ ਕਰ ਦੇਣੀ ਆ। ਹੁਣ ਜਦੋਂ ਕਿਸਾਨ ਚਾਹੁੰਦਾ ਹੀ ਨਹੀਂ, ਧੱਕੇ ਨਾਲ ਤੁਸੀਂ ਦੁੱਗਣੀ ਕਿਵੇਂ ਕਰ ਦਿਓਗੇ? ਬਿਲਕੁਲ ਜੀ, ਇੰਨੇ ਫਿਕਰਮੰਦ ਹੋਣ ਤਾਂ ਫੇਰ ਕਿਹੜੀ ਗੱਲ ਆ, ਪਰ ਅਸਲ ਦੇ ਵਿੱਚ ਦੁੱਗਣੀ ਹੁੰਦੀ ਨਹੀਂ, ਉਹ ਦਿਖਾਲਣ ਨੂੰ ਹੀ ਦੁੱਗਣੀ ਹੁੰਦੀ ਆ ਜੀ। ਤੇ ਇਹ ਕਿਸਾਨ ਬਿੱਲਾਂ ਦੀ ਗੱਲ ਵੀ ਹੈਗੀ ਆ, ਨਾਲ ਇਹ ਗੱਲ ਹੈਗੀ ਵੀ ਜਿਹੜੀ ਖੇਤੀ ਦੀ ਜ਼ਮੀਨ ਆ, ਜਿਹੜੀ ਕੈਮੀਕਲ ਪਾ ਕੇ ਖਰਾਬ ਕੀਤੀ, ਸਪਰੇਆਂ ਕਰ ਕੇ ਖਰਾਬ ਕੀਤੀ ਹੈਗੀ ਆ ਜੀ, ਉਹਦੇ ਬਾਰੇ ਵੀ ਜਿਹੜੀਆਂ ਖੱਬੇ ਪੱਖੀ ਸੰਸਥਾਵਾਂ ਹੈਗੀਆਂ ਆ ਉਹ ਆਪਣੇ ਲਿਟਰੇਚਰ ਦੇ ਵਿੱਚ, ਆਪਣੀਆਂ ਮੈਗਜ਼ੀਨਾਂ ਦੇ ਵਿੱਚ 1985 ਜਾਂ 1980 ਦੇ ਗੇੜ ਦੇ ਵਿੱਚ ਵੀ ਲਿਖਦੇ ਰਹੇ ਆ ਜੀ। ਤੇ ਵੀ ਤੁਹਾਡੀ ਧਰਤੀ ਦਾ ਇਹ ਹਾਲ ਹੋ ਜਾਣਾ, ਜਿਹੜੀ ਖੇਤੀ ਵਾਲੀ ਜ਼ਮੀਨ ਆ ਉਹ ਖਰਾਬ ਹੋ ਜਾਣੀ ਆ, ਵੀ ਇਹਨਾਂ ਤੋਂ ਸਾਵਧਾਨ ਰਹੋ। ਬਿਲਕੁਲ। ਪਰ ਕਿਉਂਕਿ ਉਸ ਵੇਲੇ ਬਹੁਤੇ ਲੋਕਾਂ ਨੂੰ ਨਹੀਂ ਪਤਾ ਸੀ ਤਾਂ ਲੋਕ ਉਹਦੇ ਬਾਰੇ ਮਜ਼ਾਕ ਕਰਦੇ ਸੀ ਵੀ ਇਦਾਂ ਕਿੱਦਾਂ ਹੋ ਜਾਊਗੀ। ਬਿਲਕੁਲ। ਪਰ ਕਿਉਂਕਿ ਅਸੀਂ ਆਉਣ ਵਾਲੇ ਸਮੇਂ ਬਾਰੇ ਸੋਚਦੇ ਨਹੀਂ, ਜਿੱਲੇ ਸਾਡੇ ਤੇ ਕੋਈ ਵਿਪਤਾ ਪੈ ਜਾਂਦੀ ਆ ਫੇਰ ਅਸੀਂ ਜਾਗਰਤ ਹੁੰਨੇ ਆ ਤੇ ਸਾਨੂੰ ਆਉਣ ਵਾਲੇ ਸਮੇਂ ਬਾਰੇ ਪਹਿਲਾਂ ਸੋਚਣ ਦੀ ਲੋੜ ਆ। ਬਿਲਕੁਲ ਬਿਲਕੁਲ। ਮੈਂ ਅਵਤਾਰ ਭਾਜੀ ਇਹ ਵੀ ਚੀਜ਼ ਮਹਿਸੂਸ ਕਰਦਾ ਵੀ ਜਿਵੇਂ ਤੁਸੀਂ ਪਹਿਲਾਂ ਚਰਚਾ ਕੀਤੀ, ਖੱਬੇ ਪੱਖੀ ਜਿਹੜੀਆਂ ਜਥੇਬੰਦੀਆਂ ਸੀ ਉਹਨਾਂ ਨੇ ਇਸ ਦਾ ਮੁੱਢਲੇ ਤੌਰ ਦੇ ਉੱਤੇ ਨੋਟਿਸ ਲਿਆ। ਹੁਣ ਇਸ ਵੇਲੇ ਜਿਹੜੇ ਅੰਦੋਲਨ ਦੇ ਹਾਲਾਤ ਨੇ ਉਹਨਾਂ ਦੇ ਵਿੱਚ ਕੋਈ ਧਰਮ, ਜ਼ਾਤ, ਫਿਰਕਾ, ਵਿਚਾਰਧਾਰਾ ਕਿਸੇ ਦਾ ਵਖਰੇਵਾ ਨਹੀਂ ਰਹਿ ਗਿਆ। ਸਾਰਾ ਇੱਕ ਅੰਦੋਲਨ ਜਿਹੜਾ ਲਗਭਗ ਸਾਰਾ ਦੇਸ਼ ਜਿਹੜਾ ਹੈ ਉਹ ਇਸ ਅਨਿਆਂ ਦੇ ਖਿਲਾਫ, ਇਸ ਬੇਇਨਸਾਫੀ ਦੇ ਖਿਲਾਫ ਖੜਾ ਹੋ ਗਿਆ। ਇਸ ਵੇਲੇ ਜਿਹੜੀ ਅੰਦੋਲਨ ਦੀ ਆਰ ਪਾਰ ਦੀ ਲੜਾਈ ਦਾ ਜਿਹੜਾ ਇੱਕ ਨਾਜ਼ੁਕ ਮੋੜ ਹੈ, ਇਸ ਵੇਲੇ ਜਿਹੜਾ ਉਹਦਾ ਸਟੇਟਸ ਹੈ, ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ ਭਈ, ਇਹ ਤਾਂ ਬਹੁਤ ਇੱਕ ਤਾਂ ਇਹ ਦੇਖਣਾ ਚਾਹੀਦਾ ਵੀ ਲੋਕ ਪੱਖੀ ਅੰਦੋਲਨ ਆ ਔਰ ਸਾਰੇ ਲੋਕਾਂ ਦਾ ਅੰਦੋਲਨ ਹੈਗਾ। ਇਹਨੂੰ ਕਿਸੇ ਵੀ ਪਾਰਟੀ ਦੇ ਨਾਲ, ਕਿਸੇ ਧਰਮ ਦੇ ਨਾਲ ਜਾਂ ਕਿਸੇ ਜਾਤ ਦੇ ਨਾਲ ਜਾਂ ਕਿਸੇ ਇੱਕ ਸਟੇਟ ਦੇ ਨਾਲ ਨਹੀਂ ਰਲਾ ਕੇ ਦੇਖਣਾ ਚਾਹੀਦਾ। ਇਹ ਪੂਰੇ ਭਾਰਤ ਦਾ ਸੰਘਰਸ਼ ਬਣ ਗਿਆ ਆ, ਪੰਜਾਬ ਦਾ ਸੰਘਰਸ਼ ਨਹੀਂ ਰਿਹਾ, ਕਿਉਂਕਿ ਹੋਰ ਰਾਜ ਵੀ ਨਾਲ ਰਲੇ ਆ। ਬਿਲਕੁਲ। ਤੇ ਉਸ ਦੇ ਨਾਲ ਇਕੱਲਾ ਇਹ ਭਾਰਤ ਦਾ ਮਸਲਾ ਨਹੀਂ, ਜਿੱਥੇ ਵੀ ਵਰਲਡ ਦੇ ਵਿੱਚ ਪੰਜਾਬੀ ਆ ਉਹ ਉਹਨਾਂ ਨਾਲ ਦੇਖ ਰਹੇ ਆ ਵੀ ਉੱਥੇ ਕੀ ਹੋ ਰਿਹਾ, ਉਹ ਸਹਿਯੋਗ ਵੀ ਦੇ ਰਹੇ ਆ, ਉਹਨਾਂ ਨਾਲ ਦੇਖ ਵੀ ਰਹੇ, ਸਭ ਦੀਆਂ ਅੱਖਾਂ ਉਧਰ ਹੀ ਆ। ਮੈਂ ਦੇਖ ਰਿਹਾ ਸੀ ਕੱਲ ਹਿਮਾਚਲ ਪ੍ਰਦੇਸ਼ ਵਾਲੇ ਵੀ ਆ ਗਏ ਜਿਹੜੇ ਫਲਾਂ ਦੇ ਉਤਪਾਦਕ ਆ। ਬਿਲਕੁਲ। ਉਹਨਾਂ ਨੇ ਵੀ ਦੇਖ ਲਿਆ ਵੀ ਇਹ MSP ਵਾਲਾ ਤੇ ਬਾਕੀ ਸਾਰਾ ਰੌਲਾ ਜਿਹੜਾ ਇਹਦਾ ਸੇਕ ਸਾਨੂੰ ਵੀ ਲੱਗਣਾ। ਹਾਂਜੀ ਬਿਲਕੁਲ ਜੀ, ਕਿਉਂਕਿ ਸਰਕਾਰ ਅਸਲ ਦੇ ਵਿੱਚ ਜਾਣਦੀ ਆ ਕਿ ਪੰਜਾਬੀ ਜਿਹੜੇ ਬਹੁਤ ਜੁਝਾਰੂ ਹੁੰਦੇ ਆ, ਉਹਨਾਂ ਨੂੰ ਇਤਿਹਾਸ ਤੋਂ ਪਤਾ ਇਸ ਗੱਲ ਦਾ। ਇਸੇ ਕਰਕੇ ਜਿਹੜੇ ਐਕਟ ਹੈਗੇ ਆ ਪਹਿਲਾਂ ਦੇਸ਼ ਦੇ ਦੂਸਰੇ ਥਾਵਾਂ ਤੇ ਲਾਗੂ ਕੀਤੇ ਗਏ। ਉਹਨਾਂ ਨੂੰ ਪਤਾ ਵੀ ਜੇ ਪੰਜਾਬ 'ਚ ਪਹਿਲਾਂ ਲਾਗੂ ਕਰ ਦਿੱਤੇ ਤਾਂ ਇਹਨਾਂ ਨੇ ਇੱਥੇ ਹੀ ਸਾਡੇ ਨਾਲ ਲੜਨਾ ਸ਼ੁਰੂ ਕਰ ਦੇਣਾ ਜੀ। ਤੇ ਉਹਨਾਂ ਨੇ ਪਹਿਲਾਂ ਟਰਾਈ ਦੂਜੇ ਥਾਵਾਂ ਤੇ ਕੀਤੀ, ਉੱਥੇ ਲਾਗੂ ਕੀਤੇ ਤੇ ਉਹਦੇ ਤੋਂ ਪੰਜਾਬ ਨੂੰ ਇਹ ਵੀ ਤਜਰਬਾ ਮਿਲਿਆ ਵੀ ਉਹਨਾਂ ਦਾ ਅਸਰ ਕੀ ਹੋ ਰਿਹਾ। ਬਿਲਕੁਲ ਬਿਲਕੁਲ। ਜਿਨ੍ਹਾਂ ਥਾਵਾਂ ਦੇ ਉੱਤੇ ਇਹਨਾਂ ਨੇ ਕਹਿ ਲਓ 2006 2007 ਦੇ ਵਿੱਚ ਲਾਗੂ ਕੀਤੇ ਆ ਜੀ, ਉੱਥੇ ਦਾ ਜਿਹੜਾ 15 ਕਿੱਲੇ ਵਾਲਾ ਜ਼ਿਮੀਂਦਾਰ ਸੀਗਾ ਉਹ ਪੰਜਾਬ ਦੇ 2 ਕਿੱਲੇ ਵਾਲੇ ਦੇ ਦਿਹਾੜੀ ਕਰਨ ਲੱਗ ਪਿਆ।
ਇਹ ਉਹਨਾਂ ਦਾ ਅਸਰ ਪਿਆ। ਉੱਥੇ ਲੈਣ ਦਾ ਅਗਲਿਆਂ ਨੇ ਮਜਬੂਰ ਕਰਤਾ। ਹਾਂ, ਉੱਥੇ ਲੈਣ ਦਾ। ਪਰ ਜੇ ਇਹ ਐਕਟ ਜਿਹੜੇ ਆ ਪੰਜਾਬ ਦੇ ਵਿੱਚ ਲਾਗੂ ਰਹਿੰਦੇ ਆ ਤਾਂ ਇੱਥੇ ਵੀ ਉਹੀ ਹਾਲ ਹੋਊਗਾ। ਤੇ ਚਾਹੇ ਕਿ ਉਹਨਾਂ ਐਕਟਾਂ ਨੂੰ ਤਰੋੜ ਮਰੋੜ ਕੇ ਚੰਗਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਪਰ ਸੱਚਾਈ ਤਾਂ ਇਹੀ ਹੈ ਜੀ। ਅੱਛਾ ਅਵਤਾਰ ਭਾਜੀ, ਮੈਂ ਇਹ ਵੀ ਚੀਜ਼ ਮਹਿਸੂਸ ਕਰਦਾ ਹਾਂ ਕਿ ਪਹਿਲਾਂ ਦੇ ਮੁਕਾਬਲੇ ਹੁਣ ਸਾਡਾ ਨੌਜਵਾਨ ਇੱਕ ਤਾਂ ਬਹੁਤ ਜਾਗਰਤ ਹੋਇਆ, ਉਹਨੂੰ ਆਪਣੇ ਹੱਕਾਂ ਦੇ ਬਾਰੇ ਜਿਗਿਆਸਾ ਉਹਦੇ ਮਨ ਦੇ ਵਿੱਚ ਜਾਗੀ, ਉਹ ਜਾਣਨਾ ਚਾਹੁੰਦਾ ਆ, ਤੇ ਉਹਦੇ ਜਾਣਨ ਦੇ ਲਈ ਜਿਹੜੀ ਅੱਖਰਾਂ ਦੀ ਲੋੜ ਆ ਬੜੀ ਲਾਜ਼ਮੀ ਆ। ਤੇ ਤੁਸੀਂ ਆਪਣੇ ਵੱਲੋਂ ਖਾਸ ਤੌਰ ਤੇ ਜਿਹੜਾ ਕਿਤਾਬਾਂ ਦਾ ਲੰਗਰ ਲਾਇਆ, ਸਾਹਿਤ ਦੇ ਵਿੱਚ ਇੱਥੇ ਨਿਊਜ਼ੀਲੈਂਡ ਦੇ ਵਿੱਚ ਵੀ ਬਹੁਤ ਵਾਰ ਸਾਡੀ ਤੇ ਤੁਹਾਡੀ ਇਹ ਸ਼ਬਦਾਂ ਦੀ ਸਾਂਝ ਪੈਂਦੀ ਰਹਿੰਦੀ ਆ, ਰੇਡੀਓ ਪ੍ਰੋਗਰਾਮਾਂ ਦੇ ਉੱਤੇ ਵੀ, ਫੇਸਬੁੱਕ ਰਾਹੀਂ ਵੀ ਅਸੀਂ ਅਕਸਰ ਇਹ ਚਰਚਾ ਕਰਦੇ ਹਾਂ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਬਾਕੀ ਲੋਕਾਂ ਵਾਂਗ ਕਮਾਈ ਬਹੁਤ ਕੀਤੀ, ਪਰ ਲੇਕਿਨ ਜਿਹੜਾ ਖਰਚਣ ਦਾ ਨਜ਼ਰੀਆ ਸੀ ਉਹਨੂੰ ਬੜੇ ਆਪਟੀਮਿਸਟਿਕ ਤਰੀਕੇ ਦੇ ਨਾਲ ਤੁਸੀਂ ਲੋਕਾਂ ਨੂੰ ਜਗਾਉਣ ਦੇ ਲਈ, ਲੋਕਾਂ ਨੂੰ ਹਲੂਣਾ ਦੇਣ ਦੇ ਲਈ ਸਾਹਿਤ ਦੇ ਰੂਪ ਦੇ ਵਿੱਚ ਜਿਹੜੇ ਲੰਗਰ ਲਾਏ, ਉਹ ਆਪਣੇ ਵਿੱਚ ਬਹੁਤ ਕਾਬਲੇ ਤਾਰੀਫ ਆ। ਪਹਿਲਾਂ ਤਾਂ ਮੈਂ ਇਹਦੇ ਲਈ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਪੂਰੀ ਟੀਮ ਦੇ ਵੱਲੋਂ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਜੀ। ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਪਈ ਸ਼ਬਦਾਂ ਦੀ ਬਹੁਤ ਅਹਿਮੀਅਤ ਆ, ਤੇ ਜਿਸ ਤਰ੍ਹਾਂ ਕਿ ਜ਼ਿਆਦਾ ਪੈਸਾ ਹੋਣਾ ਮਾੜਾ ਨਹੀਂ, ਜ਼ਿਆਦਾ ਪੈਸਾ ਉਸ ਵੇਲੇ ਖਤਰਨਾਕ ਹੁੰਦਾ ਵੀ ਜਿਸ ਵੇਲੇ ਅਸੀਂ ਉਹਨੂੰ ਜਿੱਦਾਂ ਮਾੜੇ ਥਾਵਾਂ ਦੇ ਉੱਤੇ ਵਰਤਦੇ ਹਾਂ ਜੀ। ਤੇ ਕਿਉਂਕਿ ਮੈਨੂੰ ਯਾਦ ਹੈ ਅੱਜ ਵੀ ਜਦੋਂ ਅਸੀਂ ਇੱਥੇ ਤਰਕਸ਼ੀਲ ਲਹਿਰ ਸ਼ੁਰੂ ਕੀਤੀ ਸੀ ਤਾਂ ਉਸ ਵੇਲੇ ਸਾਡੇ ਕੋਲ $1.5 ਦੀਆਂ ਟਿਕਟਾਂ ਲਾਉਣੇ ਨੂੰ ਹੈ ਨਹੀਂ ਸੀ ਲਿਫਾਫੇ ਦੇ ਉੱਤੇ। ਜਦੋਂ ਲੋਕੀ ਮੰਗਾ ਲੈਂਦੇ ਸੀ ਸਾਨੂੰ ਫਲਾਨੀ ਤਾਂ ਭੇਜ ਦਿਓ। ਬਿਲਕੁਲ ਬਿਲਕੁਲ। ਤੇ ਮੈਗਜ਼ੀਨ ਸਾਡੇ ਕੋਲ ਇੰਡੀਆ ਤੋਂ ਆ ਜਾਂਦੀ ਸੀ ਜਿਹੜੀ ਅਸੀਂ ਆਧਾਰ ਮੰਗਾਉਂਦੇ ਸੀ ਜੀ। ਤੇ ਜਿਸ ਵੇਲੇ ਅਸੀਂ ਇੱਥੇ ਲੋਕਾਂ ਨੂੰ ਪਹੁੰਚਾਉਣੀ ਹੁੰਦੀ ਸੀ ਤਾਂ ਜਿਹੜਾ ਲਿਫਾਫਾ ਸੀ ਉਹਦੇ ਤੇ ਉਦੋਂ $1.5 ਦੀ ਟਿਕਟ ਲੱਗਦੀ ਸੀ। ਮੈਂ ਵੀ ਨਾ ਮੁੱਢਲੇ ਪਾਠਕਾਂ ਚੋਂ ਇੱਕ ਆ। ਬਿਲਕੁਲ ਜੀ, ਬਿਲਕੁਲ। ਤੇ ਉਹ ਫਿਰ ਸਾਡੀ ਗੋਰਿਆਂ ਨੇ ਥੋੜਾ ਚਿਰ ਮਦਦ ਕੀਤੀ, 2 ਸਾਲ ਤਾਂ ਉਹ ਲਿਫਾਫੇ ਦਿੰਦੇ ਰਹੇ, ਤਾਂ ਫਿਰ ਅਸੀਂ ਉਹ ਆਪਣੇ ਸਿਰ ਦੇ ਉੱਤੇ ਸ਼ੁਰੂ ਕੀਤਾ। ਤੇ ਹੁਣ ਤਾਂ ਕਹ ਲਓ ਵੀ ਕਈ ਕੁਆਂਟਲ ਜਾਂ ਟੰਨਾ ਮੂੰਹ ਜਿਹੜਾ ਅਸੀਂ ਲਿਟਰੇਚਰ ਆ ਪਾਠਕਾਂ ਤੱਕ ਪਹੁੰਚਾ ਚੁੱਕੇ ਆ। ਕੀ ਬਾਤ ਹੈ। ਤੇ ਉਹਦੇ ਵਿੱਚੋਂ ਵੀ ਬਹੁਤ ਸਾਰਾ ਜਿਹੜਾ ਵੀ ਫ੍ਰੀ ਆਫ ਕਾਸਟ ਜਾਂ ਬਹੁਤ ਘੱਟ ਕਾਸਟ ਤੇ ਪਾਠਕਾਂ ਤੱਕ ਪਹੁੰਚਾਇਆ। ਇਕੱਲਾ ਨਿਊਜ਼ੀਲੈਂਡ ਦੇ ਵਿੱਚ ਨਹੀਂ, ਜਿੱਦਾਂ ਵਰਲਡ ਦੇ ਹੋਰ ਕੰਟਰੀਆਂ ਦੇ ਵਿੱਚ ਇੱਥੋਂ ਪਹੁੰਚਾਇਆ। ਤੇ ਪੰਜਾਬ ਦੀਆਂ ਲਾਇਬ੍ਰੇਰੀਆਂ ਦੇ ਵਿੱਚ ਤੇ ਬਹੁਤ ਜ਼ਿਆਦਾ ਪਹੁੰਚਾਇਆ। ਤੇ ਜਿਹੜੇ ਆਪਣੇ ਜ਼ਿਲ੍ਹਾ ਜਲੰਧਰ ਦੇ ਹਾਇਰ ਸੈਕੰਡਰੀ ਸਕੂਲ ਸੀ, ਉਹਦੇ ਸਾਰੇ ਸਕੂਲਾਂ ਦੇ ਵਿੱਚ, ਜ਼ਿਲ੍ਹੇ ਜਲੰਧਰ ਦੇ ਹਾਇਰ ਸੈਕੰਡਰੀ ਸਕੂਲਾਂ ਦੇ ਵਿੱਚ ਵਿਗਿਆਨ ਜੋਤ ਮੈਗਜ਼ੀਨ ਜਿੱਦਾਂ ਮੇਰੇ ਵੱਲੋਂ ਲਾਇਬ੍ਰੇਰੀਆਂ 'ਚ ਜਾਂਦੀ ਰਹੀ ਆ ਬਹੁਤ ਸਾਲ। ਬਹੁਤ ਅੱਛੇ। ਤੇ ਘੱਟੋ ਘੱਟ 8-10 ਸਾਲ। ਅੱਛਾ ਜੀ। ਤੇ ਉਹਦੇ ਨਾਲ ਜਿਹੜੇ ਲੋੜਵੰਦ ਹੁੰਦੇ ਸੀਗੇ ਉਹਨਾਂ ਨੂੰ ਕਿਤਾਬਾਂ ਨਾਲ ਪਹੁੰਚਾਉਣੀਆਂ। ਹਾਂਜੀ। ਤੇ ਬਾਕੀ ਨਿਊਜ਼ੀਲੈਂਡ ਦੇ ਵਿੱਚ ਲਾਇਬ੍ਰੇਰੀਆਂ ਸੈਟਅਪ ਕਰਨੀਆਂ ਮੇਰੇ ਆਪਣੇ ਘਰ ਦੇ ਵਿੱਚ ਤਾਂ 25 ਸਾਲ ਤੋਂ ਚੱਲ ਹੀ ਰਹੀ ਆ ਜੀ। ਉਸ ਦੇ ਨਾਲ ਦੇਖ ਲਿਆ ਤੁਸੀਂ ਮਹਿੰਗੇ ਭਾਅ ਦੀਆਂ ਅਲਮਾਰੀਆਂ ਲਿਆ ਕੇ ਉਹਨਾਂ 'ਚ ਕਿਤਾਬਾਂ ਟਕਾਈਆਂ। ਬਿਲਕੁਲ ਜੀ, ਬਿਲਕੁਲ। ਤੇ ਬਾਕੀ ਪ੍ਰਾਈਮ ਏਸ਼ੀਆ ਵੱਲੋਂ ਜੋ ਪਰਮਵੀਰ ਬਾਠ ਹੋਣੀ ਆਏ ਸੀ, ਮੈਨੂੰ ਚੇਤਾ ਅਸੀਂ ਤੁਹਾਡੀ ਇੰਟਰਵਿਊ ਵੀ ਜਿਹੜੀ ਆ ਉਹ ਲਾਇਬ੍ਰੇਰੀ ਦੇ ਵਿੱਚ ਹੀ ਕੀਤੀ ਸੀ। ਹਾਂਜੀ ਹਾਂਜੀ, ਬਿਲਕੁਲ। ਬੜੀ ਯਾਦਗਾਰੀ ਇੰਟਰਵਿਊ ਸੀ ਉਹ। ਬਿਲਕੁਲ ਜੀ। ਮੈਂ ਇੱਕ ਦਿਨ ਥੋੜੇ ਦਿਨ ਹੋਏ ਫਿਰ ਦੁਬਾਰਾ ਸ਼ੇਅਰ ਕੀਤੀ ਸੀਗੀ ਉਹ। ਕੀ ਬਾਤ ਆ। ਤੇ ਮਤਲਬ ਇੱਕ ਯਾਦ ਜੁੜ ਜਾਂਦੀ ਆ ਉਹਦੇ ਨਾਲ। ਤੇ ਬਾਕੀ ਇੱਥੇ ਆਪਣੇ ਮੈਨਰੀਵਾ ਦੇ ਵਿੱਚ ਐਨਜਡ ਪੰਜਾਬੀ ਨਿਊਜ਼ ਦੇ ਆਫਿਸ ਦੇ ਵਿੱਚ ਲਾਇਬ੍ਰੇਰੀ ਖੋਲੀ ਹੈਗੀ ਆ। ਅੱਛਾ ਜੀ। ਉੱਥੇ ਬੜੀ ਖੁਸ਼ੀ ਹੁੰਦੀ ਆ ਜਿਸ ਵੇਲੇ ਭਾਈਚਾਰਾ ਆ ਕੇ ਪੜ੍ਹਦਾ ਕਿਤਾਬਾਂ ਪੜ੍ਹਦਾ। ਕੀ ਬਾਤ ਆ। ਕਿਉਂਕਿ ਮੈਂ ਸੋਚਦਾ ਵੀ ਜਿਹੜਾ ਡਰ ਆ ਉਹ ਅਸੀਂ ਗਿਆਨ ਦੇ ਨਾਲ ਹੀ ਦੂਰ ਕਰ ਸਕਦੇ ਹਾਂ। ਬਿਲਕੁਲ ਸਹੀ, ਬਿਲਕੁਲ ਸਹੀ। ਜਿਸ ਵੇਲੇ ਅਸੀਂ ਕਿਸੇ ਚੀਜ਼ ਤੋਂ ਡਰਦੇ ਆ, ਭਾਵ ਸਾਨੂੰ ਉਹਦੇ ਬਾਰੇ ਗਿਆਨ ਹੈ ਨਹੀਂ, ਜਿੱਦਣ ਗਿਆਨ ਆਇਆ ਤਾਂ ਉਦੋਂ ਡਰ ਦੂਰ ਹੋ ਜਾਂਦਾ। ਕੀ ਬਾਤ ਆ, ਬਹੁਤ ਸੋਹਣੀ ਗੱਲ ਕਹੀ ਤੁਸੀਂ। ਜਦੋਂ ਇਸ ਮੋਰਚੇ ਦੀ ਗੱਲ ਚੱਲਦੀ ਆ, ਮੈਂ ਦੇਖ ਰਿਹਾ ਕਿ ਬੜੇ ਆਤਮ ਨਿਰਭਰ ਯੂਨਿਟ ਸਥਾਪਿਤ ਹੋ ਗਏ ਆਰਜ਼ੀ ਤੌਰ ਦੇ ਉੱਤੇ। ਕਿਸੇ ਸੱਜਣੇ ਕਿਸੇ ਤਰ੍ਹਾਂ ਦਾ ਕੋਈ ਯੋਗਦਾਨ ਪਾਇਆ, ਆਪੋ ਆਪਣੇ ਕਾਰਜ ਖੇਤਰਾਂ ਦੇ ਵਿੱਚ ਲੋਕ ਜੁਟੇ ਹੋਏ ਨੇ। ਖਾਲਸਾ ਏਡ ਦੇ ਲਈ $7235 ਦਾ ਇੱਕ ਨਿਗੂਣਾ ਜਿਹਾ ਯੋਗਦਾਨ ਸਾਡੇ ਆਪਣੇ ਬਹੁਤ ਸਾਰੇ ਲਿਸਨਰਸ ਦੇ ਸਹਿਯੋਗ ਦੇ ਨਾਲ ਇਕੱਠਾ ਕਰਕੇ ਡਾਇਰੈਕਟਲੀ ਉਹਨਾਂ ਦੇ ਕੋਲ ਭੇਜਿਆ ਗਿਆ। ਇਸੇ ਤਰ੍ਹਾਂ ਲੰਗਰਾਂ ਦੇ ਵਿੱਚ ਵੀ, ਤੇ ਕੱਲ੍ਹ ਮੈਂ ਗੱਲ ਕਰ ਰਿਹਾ ਸੀ, ਵੀਰ ਸੁਖਵਿੰਦਰ ਬਸਰਾ ਉਹਨਾਂ ਨੇ ਜ਼ਿਕਰ ਕੀਤਾ ਕਿ ਮੈਂ ਕੈਸ਼ ਨਹੀਂ ਭੇਜੇ, ਪਰ ਮੈਂ ਲੰਗਰ ਦੇ ਵਿੱਚ ਉਹਨਾਂ ਨੂੰ ਰਸਦ ਜਿਹੜੀ ਆ ਉਹ ਪਹੁੰਚਾ ਦਿੱਤੀ। ਕਿਸੇ ਨੇ ਟਰੈਕਟਰਾਂ ਦੇ ਵਿੱਚ 50,000 ਦਾ ਲਗਭਗ ਡੀਜ਼ਲ ਦੇ ਉੱਤੇ ਖਰਚਾ ਕਰ ਦਿੱਤਾ ਕਿ ਜਿਹੜੇ ਦਿੱਲੀ ਵੱਲ ਨੂੰ ਅਕਸਰ ਨੂੰ ਜਿਹੜੇ ਵਹੀਕਲ ਜਾ ਰਹੇ ਆ। ਸੋ ਕਿਸੇ ਨੇ ਜਦੋਂ ਪਿੰਡੋਂ ਤੁਰਿਆ ਤੇ ਪਿੱਛੋਂ ਜਿਹੜੀ ਜ਼ਿੰਮੇਵਾਰੀ ਰਹਿ ਗਈ ਡੰਗਰ ਸਾਂਭਣ ਦੀ, ਜ਼ਮੀਨ ਦੀ, ਉਹ ਸਾਂਭ ਲਈ। ਸੋ ਹਰੇਕ ਨੇ ਆਪੋ ਆਪਣੇ ਖੇਤਰ ਦੇ ਵਿੱਚ ਯੋਗਦਾਨ ਪਾਇਆ। ਜਿਹੜਾ ਤੁਹਾਡਾ ਯੋਗਦਾਨ ਆ ਖਾਸ ਤੌਰ ਤੇ, ਉਹ ਬੜਾ ਕਾਬਲੇ ਤਾਰੀਫ ਯੋਗਦਾਨ ਆ। ਮੈਂ ਨਿੱਜੀ ਤੌਰ ਤੇ ਇਸ ਗੱਲ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਾ ਕਿ ਇਹੀ ਪੰਜਾਬੀ ਜਿਹੜਾ ਜੇਕਰ ਪਹਿਲੀਆਂ ਦੇ ਵਿੱਚ ਜ਼ਿਆਦਾ ਜਾਗਰੂਕ ਹੋ ਗਿਆ ਹੁੰਦਾ, ਪੜ੍ਹ ਗਿਆ ਹੁੰਦਾ, ਇਤਿਹਾਸ ਸਿਰਜਣਾ ਦਾ ਜਾਣਦਾ, ਇਤਿਹਾਸ ਲਿਖਣਾ ਵੀ ਸਿੱਖ ਗਿਆ ਹੁੰਦਾ। ਸੋ ਕਿਤਾਬਾਂ ਦਾ ਜਿਹੜਾ ਲੰਗਰ ਤੁਸੀਂ ਲਾਇਆ, ਉਹਦੀ ਥੋੜ੍ਹੀ ਜਿਹੀ ਜਾਣਕਾਰੀ ਸਾਨੂੰ ਜ਼ਰੂਰ ਦਿਓ। ਹਾਂਜੀ ਬਿਲਕੁਲ ਜੀ।
ਜਿਸ ਤਰ੍ਹਾਂ ਤੁਸੀਂ ਕਿਹਾ ਵੀ ਵੱਖ-ਵੱਖ ਤੌਰ ਦੇ ਉੱਤੇ ਸਾਰੇ ਸੱਜਣ ਉਪਰਾਲਾ ਕਰ ਰਹੇ ਆ, ਉਹਦੀ ਲੋੜ ਵੀ ਹੈਗੀ ਆ ਕਿਸੇ ਦੀ ਵੀ ਲੰਗਰ ਦੀ, ਚਾਹੇ ਆਪਾਂ ਕਿਸੇ ਵੀ ਤਰ੍ਹਾਂ ਦੀ ਸੇਵਾ ਨੂੰ ਅਸੀਂ ਘੱਟ ਕਰਕੇ ਨਹੀਂ ਦੇਖ ਸਕਦੇ। ਬਿਲਕੁਲ ਹਰ ਇੱਕ ਦੀ ਸੇਵਾ ਦੀ ਲੋੜ ਆ, ਉਹ ਕਿਸੇ ਨੇ ਕਿੰਨੀ ਕੀਤੀ ਉਹ ਜ਼ਰੂਰੀ ਨਹੀਂ ਵੀ ਕੀਤੀ ਜ਼ਰੂਰ ਹੋਵੇ, ਇਹ ਜ਼ਿਆਦਾ ਲੋੜ ਆ। ਮੈਂ ਕੱਲ ਦੇਖ ਰਿਹਾ ਸੀ ਇੱਕ ਮੁੰਡੇ ਨੇ ਨਾ ਸੋਲਰ ਪੈਨਲ ਲਾਇਆ ਹੋਆ, ਹਾਂਜੀ, ਤਾਂ ਉਹ ਸਾਰਿਆਂ ਦੇ ਫੋਨ ਚਾਰਜ ਕਰ ਕਰਕੇ ਦੇਈ ਜਾਂਦਾ। ਬਿਲਕੁਲ ਜੀ, ਉਹਨੇ ਚਾਰਜਰ ਦਾ ਹੀ ਲੰਗਰ ਲਾਤਾ ਬੰਦੇ ਨੇ। ਬਿਲਕੁਲ, ਕੀ ਬਾਤ ਆ। ਤੁਸੀਂ ਚਾਰਜਰ ਦਾ ਲੰਗਰ ਲਾਉਨੇ ਆ, ਕੋਈ ਬੰਦਾ ਲਿਖਦਾ ਉਹ ਲਿਖਣ ਦਾ ਲੰਗਰ ਲਾਉਂਦਾ ਆ, ਕੋਈ ਮਤਲਬ ਕੋਈ ਨੁੱਕੜ ਨਾਟਕ ਖੇਡ ਰਿਹਾ, ਸੁਸ਼ੀਲ ਦਸਾਂਝ ਹੋਣੀ ਮੈਂ ਦੇਖ ਰਿਹਾ ਸੀ, ਹਾਂਜੀ, ਪਾਲੀ ਭੁਪਿੰਦਰ ਹੋਣੀ। ਬਿਲਕੁਲ ਜੀ। ਤੇ ਹੁਣ ਥੋੜੇ ਦਿਨ 12-13 ਤਰੀਕ ਨੂੰ ਤਰਕਸ਼ੀਲ ਸੁਸਾਇਟੀਆਂ ਵੀ ਜਾ ਰਹੀਆਂ ਆ, ਵੈਰੀ ਗੁੱਡ, ਤੇ ਉਹਨਾਂ ਨੇ ਵੀ ਅਨਾਉਂਸ ਕਰ ਦਿੱਤਾ। ਤੇ ਜਿਹੜੇ ਆਪਣੇ ਸਾਥੀ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਜਿਹੜੇ ਇੱਥੇ ਵੀ ਆਏ ਸੀ, ਇੱਥੇ ਵੀ ਆਏ ਸੀ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸਟ ਨਿਊਜ਼ੀਲੈਂਡ ਦੇ ਸੱਦੇ ਤੇ ਜੀ, ਤੇ ਉਹਨਾਂ ਦੇ ਜਰੀਏ ਜਿੱਦਾਂ 500 ਕਿਤਾਬਾਂ ਉਹਨਾਂ ਨੇ ਉੱਥੇ ਮੋਰਚੇ ਤੇ ਭੇਜੀਆਂ, ਆਪ ਜਾ ਕੇ ਦੇ ਕੇ ਆਏ ਆ। ਬਹੁਤ ਖੂਬ। ਤੇ ਮੈਂ ਦੇਖ ਰਿਹਾ ਨੌਜਵਾਨਾਂ ਨੇ, ਸਾਡੀਆਂ ਭੈਣਾਂ ਨੇ, ਉਹਨੇ ਟੋਕਰਿਆਂ ਦੇ ਵਿੱਚ ਨਾ ਸਿਰਾਂ ਤੇ ਚੱਕ ਕੇ ਟੋਕਰੇ, ਉਹਦੇ ਵਿੱਚ ਅਲੱਗ-ਅਲੱਗ ਕੈਟਾਗਰੀ ਦੀਆਂ ਸ਼੍ਰੇਣੀ ਦੀਆਂ ਕਿਤਾਬਾਂ ਟਕਾਈਆਂ ਹੋਈਆਂ, ਤੇ ਉਹ ਮੋਰਚੇ ਦੇ ਵਿੱਚ ਥਾਂ-ਥਾਂ ਜਾ ਕੇ ਉਹ ਜਿਹੜੀਆਂ ਕਿਤਾਬਾਂ ਨੇ ਉਹ ਦੇ ਰਹੇ ਆ। ਮੇਰਾ ਖਿਆਲ ਆ ਇਤਿਹਾਸ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਦੇ ਇਦਾਂ ਪਹਿਲਾਂ ਹੋਇਆ ਹੋਊਗਾ। ਇਦਾਂ ਨਹੀਂ ਹੋਇਆ ਜੀ। ਇੱਕ ਸਾਨੂੰ ਕਿਤਾਬਾਂ ਤੋਂ ਸਿੱਖਣ ਨੂੰ ਮਿਲ ਰਿਹਾ, ਉਹਦੇ ਨਾਲ ਨਾਲ ਜਿਹੜੀਆਂ ਹੋਰ ਸ਼ਖਸੀਅਤਾਂ ਜਿਹੜੀਆਂ ਇਹ ਕੰਮ ਕਰ ਰਹੀਆਂ ਉਹਨਾਂ ਦੇ ਆਪਣੇ ਜੀਵਨ ਤੋਂ ਸਾਨੂੰ ਬਹੁਤ ਸਿੱਖਣ ਨੂੰ ਮਿਲ ਰਿਹਾ। ਜਿਸ ਤਰ੍ਹਾਂ ਉਹ ਵੀ ਤੁਰਦੀ ਫਿਰਦੀ ਕਿਤਾਬ ਆ, ਤੁਰਦੀ ਫਿਰਦੀ ਕਿਤਾਬ ਹੈ ਜੀ। ਤੁਸੀਂ ਕਹ ਲਓ ਵੀ ਜ਼ਿੰਦਗੀ ਆਮ ਜੇ 70-80 ਸਾਲ ਦੀ ਲਾਈਏ ਵੀ ਜੇ ਅਸੀਂ ਕਿਤਾਬਾਂ ਨਹੀਂ ਪੜ੍ਹਦੇ ਤਾਂ ਅਸੀਂ ਆਪਣੀ ਜ਼ਿੰਦਗੀ ਤੋਂ ਹੀ ਸਿੱਖਦੇ ਹਾਂ। ਜਿਸ ਵੇਲੇ ਅਸੀਂ ਕਿਸੇ ਦੀ ਕਿਤਾਬ ਪੜ੍ਹ ਲੈਂਦੇ ਆ ਤਾਂ ਸਮਝਿਓ ਸਾਡੇ ਕੋਲ 80 ਸਾਲ ਦਾ ਹੋਰ ਤਜਰਬਾ ਆ ਗਿਆ ਉਸ ਵਿਅਕਤੀ ਦਾ। ਕੀ ਬਾਤ ਹੈ। ਤੇ ਜੇ ਅਸੀਂ 100 ਕਿਤਾਬਾਂ ਪੜ੍ਹ ਲਈਆਂ, 80,000 100, 8,000 ਮਤਲਬ ਬੰਦਿਆਂ ਦਾ ਆ ਗਿਆ ਤਜਰਬਾ ਜੀ। ਇਸ ਕਰਕੇ ਜਿਸ ਵੇਲੇ ਅਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੜ ਜਾਂਦੇ ਆ ਤਾਂ ਉਹ ਅਸੀਂ ਹਜ਼ਾਰਾਂ ਬੰਦਿਆਂ ਦੇ ਜਿਹੜੀ ਇੱਕ ਨੌਲੇਜ ਆ, ਉਹ ਗਿਆਨ ਆ, ਉਹ ਸਾਡੇ ਵਿੱਚ ਆ ਜਾਂਦਾ। ਦਿੱਲੀ ਦੇ ਵਿੱਚ ਨਾ ਵੈਰੋਵਾਲ ਬਾਵਿਆਂ ਤੋਂ ਉੱਜੜ ਕੇ ਗਏ ਬਾਵਿਆਂ ਦੇ ਟੱਬਰ ਚੋਂ ਇੱਕ ਬਹੁਤ ਸੁਹਿਰਦ ਸੱਜਣ ਨੇ, ਤੁਹਾਡੇ ਤੋਂ ਥੋੜੇ ਵੱਡੇ ਹੋਣਗੇ ਉਮਰ ਦੇ ਵਿੱਚ, ਮਰਮੂਨ ਬਾਵਾ ਉਹਨਾਂ ਦਾ ਨਾਮ ਆ। ਹਾਂਜੀ, ਉਹਨਾਂ ਦੀ ਕਿਤਾਬ ਹੈ ਜੰਗਲ ਜੰਗਲ ਪਰਬਤ ਪਰਬਤ। ਇਸ ਤੋਂ ਪਹਿਲਾਂ ਮੈਂ ਥਾਵਾਂ ਦੇ ਉੱਤੇ ਘੁੰਮਦਾ ਜ਼ਰੂਰ ਸੀ, ਲੇਕਿਨ ਆਪ ਬਰੀਕੀ ਦੇ ਵਿੱਚ ਜਾ ਕੇ ਕੁਦਰਤ ਦੇ ਇੰਨਾ ਕਰੀਬ ਜਾਂ ਟਰੈਕਿੰਗ ਜਾਂ ਹਾਈਕਿੰਗ ਦੇ ਵਿੱਚ ਇੰਨਾ ਜ਼ਿਆਦਾ ਸ਼ਾਮਲ ਨਹੀਂ ਸੀ। ਉਹਨਾਂ ਦੀ ਅਵਤਾਰ ਬਾਜੀ ਕਿਤਾਬ ਪੜ੍ਹ ਕੇ ਮੇਰੀ ਜ਼ਿੰਦਗੀ ਬਦਲ ਗਈ। ਮੈਂ ਜਿੰਨਾ ਕੁ ਫਿੱਟ ਹੈਗਾ ਆ, ਜਿੰਨੀ ਆਪਣੀ ਸਮਰੱਥਾ ਹੈਗੀ ਆ, ਉਹਦੇ ਮੁਤਾਬਕ ਮੈਂ ਨਿਊਜ਼ੀਲੈਂਡ ਦੇ ਉਹਨਾਂ ਬਰੀਕ ਕੋਨਿਆਂ ਦੇ ਵਿੱਚ ਵੀ ਜਾ ਕੇ ਕੁਦਰਤ ਨੂੰ ਲਾਗਿਓਂ ਦੇਖਿਆ, ਕਿਉਂਕਿ ਉਹ ਕਿਤਾਬ ਨੇ ਮੈਨੂੰ ਤਜਰਬਾ ਦਿੱਤਾ ਕਿ ਕਿੱਦਾਂ ਥਾਵਾਂ ਦੇ ਉੱਤੇ ਤੁਸੀਂ ਘੁੰਮਣਾ, ਕਿੱਡੇ ਵੱਡੇ ਜਿਗਰੇ ਦੇ ਨਾਲ ਯਾਤਰਾ ਕਰਨੀ, ਤੇ ਕਿੱਦਾਂ ਲੋਕਾਂ ਨੂੰ ਗੱਲ ਨਾਲ ਲਾਉਣਾ, ਇੱਕ ਵਿਸ਼ਵ ਵਿਆਪੀ ਪਿੰਡ ਦੇ ਨਾਗਰਿਕ ਹੋਣ ਦੇ ਨਾਤੇ ਕਿੱਦਾਂ ਵਿਚਰਨਾ, ਉਹ ਕਿਤਾਬਾਂ ਨੇ ਸਿਖਾਇਆ ਜੀ। ਸੋ ਮੈਂ ਇਹ ਮੰਨਦਾ ਕਿ ਸਾਡੇ ਜਿਹੜੇ ਦਿੱਲੀ ਦੇ ਵਿੱਚ ਕਿਸਾਨ ਮੋਰਚੇ ਦੇ ਵਿੱਚ ਆਏ ਕਿਸੇ ਵੀ ਉਮਰ ਦੇ ਵਰਗ ਦੇ ਜਿਹੜੇ ਲੋਕ ਨੇ, ਉਹ ਬਹੁਤ ਕੁਝ ਨਵਾਂ ਲੈ ਕੇ ਜਾਣਗੇ, ਉਹਨਾਂ ਦੀ ਜ਼ਿੰਦਗੀ ਬਦਲ ਜਾਣੀ ਕਈਆਂ ਦੀ। ਤੁਸੀਂ ਬਿਲਕੁਲ ਠੀਕ ਕਿਹਾ ਜੀ। ਇੱਕ ਹੋਰ ਬਹੁਤ ਕਿਤਾਬਾਂ ਦਾ ਵੱਡਾ ਫਰਕ ਆ ਵੀ ਜਿਸ ਵੇਲੇ ਮੰਨ ਲਓ ਆਪਣੇ ਕੋਲ 1-1 ਰੁਪਈਆ ਆ, ਮੈਂ ਤੁਹਾਡੇ ਨਾਲ ਰੁਪਈਆ ਵਟਾ ਲੈਣਾ, ਮੈਂ ਤੁਹਾਨੂੰ ਦੇ ਦੇਣਾ ਰੁਪਈਆ, ਤੁਸੀਂ ਮੈਨੂੰ ਆਪਣੇ ਵਾਲਾ ਦੇ ਦਿੰਦੇ, ਸਾਡੇ ਕੋਲ ਫਿਰ 1-1 ਰੁਪਈਆ ਰਹਿੰਦਾ। ਪਰ ਜਿਹੜਾ ਵਿਚਾਰ ਆ, ਇੱਕ ਮੈਂ ਤੁਹਾਨੂੰ ਆਪਣਾ ਵਿਚਾਰ ਦੇ ਦਿੰਦਾ, ਤੁਸੀਂ ਮੈਨੂੰ ਦਿੰਦੇ ਆ, ਤੇ ਉਹ ਵਿਚਾਰ 2-2 ਹੋ ਜਾਂਦੇ ਆ। ਕੀ ਬਾਤ ਆ, ਕੀ ਬਾਤ ਆ। ਤੇ ਉਹਦੀ ਖੁਸ਼ਬੂਈ ਦੁਨੀਆ 'ਚ ਜਿੱਥੇ ਤੁਸੀਂ ਜਾਣਾ ਉੱਥੇ ਵੀ ਜਾਣੀ, ਜਿੱਥੇ ਮੈਂ ਜਾਣਾ ਉੱਥੇ ਨਾਲ ਜਾਣੀ ਪਰਛਾਵੇਂ ਵਾਂ। ਹਾਂਜੀ, ਤੁਹਾਡੇ ਰੁਪਈਏ ਦੀ ਖੁਸ਼ਬੂ ਦੂਰ ਤਾਂ ਹੀ ਨਹੀਂ ਜਾਣੀ। ਜਿਹੜਾ ਤੁਸੀਂ ਇੱਕ ਵਿਚਾਰ ਸਾਂਝਾ ਕਰ ਲਿਆ, ਕਿਤਾਬ ਸਾਂਝੀ ਕਰ ਲਈ, ਉਹ ਬਹੁਤ ਦੂਰ ਤਾਈਂ ਜਾਣੀ ਹੈ। ਬਹੁਤ ਸੋਹਣੀ ਗੱਲ, ਬਹੁਤ ਸੋਹਣੀ ਗੱਲ, ਬਹੁਤ ਵਧੀਆ ਗੱਲ ਕੀਤੀ ਤੁਸੀਂ। ਮਤਲਬ ਇਹ ਗੱਲਾਂ ਨਾ ਸਾਨੂੰ ਸਾਡੇ ਬਜ਼ੁਰਗ ਛੋਟੇ ਹੁੰਦੇ ਦੱਸਦੇ ਹੁੰਦੇ ਸੀ, ਤੇ ਸਾਨੂੰ ਉਦੋਂ ਥੋੜ੍ਹੀਆਂ ਅਜੀਬ ਲੱਗਣੀਆਂ ਵੀ ਇਹਨਾਂ ਗੱਲਾਂ ਦਾ ਕੀ ਵਜ਼ਨ ਆ। ਲੇਕਿਨ ਹੁਣ ਉਮਰ ਦੇ ਇਸ ਮੋੜ ਦੇ ਆ ਕੇ ਇਹ ਗੱਲਾਂ ਦਾ ਮਹੱਤਵ ਜਿਹੜਾ ਸਮਝ ਆਉਂਦਾ ਕਿ ਹਾਂ ਯਾਰ, ਕਿ ਉਹਨਾਂ ਨੇ ਇਹ ਗੱਲ ਜਿਹੜੀ ਉਦੋਂ ਕਹੀ ਸੀ ਉਹਦਾ ਕੋਈ ਨਾ ਕੋਈ ਉਦੋਂ ਮਤਲਬ ਸੀਗਾ। ਜ਼ਿੰਦਗੀ ਨੂੰ ਇੱਕ ਰਾਹ ਦਸੇਰੇ ਦੇ ਤੌਰ ਦੇ ਉੱਤੇ ਉਹਨਾਂ ਨੇ ਸਾਡੇ ਨਾਲ ਆਪਣੀਆਂ ਸਿੱਖਿਆਵਾਂ ਜਿਹੜੀਆਂ ਤੋਰੀਆਂ। ਦੂਜੀ ਗੱਲ ਆ ਭਾਜੀ, ਮੈਂ ਦੇਖ ਰਿਹਾ ਕਿ ਤੁਸੀਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਆਰਥਿਕ ਤੌਰ 'ਤੇ ਮਦਦ ਵੀ ਭੇਜੀ, ਔਰ ਉਸ ਮਦਦ ਬਾਰੇ ਵੀ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਜਿਹੜੇ ਸੁਣਨ ਵਾਲੇ ਸਰੋਤੇ ਨੇ ਉਹਨਾਂ ਨੂੰ ਜ਼ਰੂਰ ਜਾਣਕਾਰੀ ਦਿਓ, ਕਿਉਂਕਿ ਕੋਈ ਵੀ ਜਿਹੜਾ ਇਸ ਤਰ੍ਹਾਂ ਦਾ ਨਿਜ਼ਾਮ ਆ, ਇਸ ਤਰ੍ਹਾਂ ਦਾ ਕੋਈ ਵੀ ਵਰਤਾਰਾ ਆ, ਉਹ ਜਿੰਨਾ ਪਾਰਦਰਸ਼ੀ ਹੋਵੇ ਉਨੇ ਵਧੀਆ ਹੈ। ਬਿਲਕੁਲ ਜੀ। ਇੱਕ ਤਾਂ ਇਹ ਹੈਗਾ ਵੀ ਜਿਹੜੀ ਮਦਦ ਹੈਗੀ ਅਸੀਂ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸਟ ਆਕਲੈਂਡ ਨਿਊਜ਼ੀਲੈਂਡ ਦੇ ਦੁਆਰਾ ਭੇਜੀ ਸੀਗੀ। ਅੱਛਾ ਜੀ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਏਕਤਾ ਜਿਹੜੀ ਸੰਸਥਾ ਹੈਗੀ ਆ, ਉਹਦਾ ਖਾਸ ਤੌਰ ਤੇ ਇਹ ਗੱਲ ਹੈਗੀ ਵੀ ਉਹ ਸੰਸਥਾ ਦੇ ਬਹੁਤ ਸਾਰੇ ਜਿਹੜੇ ਮੈਂਬਰ ਹੈਗੇ ਆ ਸਾਨੂੰ ਬਹੁਤ ਚਿਰ ਤੋਂ ਜਾਣਦੇ ਆ। ਠੀਕ ਹੈ ਜੀ। ਤੇ ਕਈਆਂ ਨੇ ਆਪਣਾ ਜਿੱਦਾਂ ਕਹ ਲਓ ਵੀ ਪੂਰੀ ਉਮਰ ਉਧਰ ਲਾ ਦਿੱਤੀ ਆ ਜੀ, ਜਿਹਦੇ ਕਰਕੇ ਉਹਨਾਂ ਨੂੰ ਤਜਰਬਾ ਵੀ ਬਹੁਤ ਆ। ਪਰ ਇਹਦੇ ਨਾਲ ਜਿਹੜੇ ਹੋਰ ਕਿਸਾਨ ਆਗੂ ਹੈਗੇ ਹੋਰ ਜਥੇਬੰਦੀਆਂ ਦੇ, ਉਹਨਾਂ ਨੇ ਵੀ ਵਿੱਚੋਂ ਕਈਆਂ ਨੇ ਆਪਣੀ ਉਮਰ ਉਧਰ ਲਾ ਦਿੱਤੀ ਆ, ਕੋਈ ਸ਼ੱਕ ਨਹੀਂ। ਤੇ ਜਿਹੜੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਆਕਲੈਂਡ ਨਿਊਜ਼ੀਲੈਂਡ ਦੇ ਕੁਝ ਮੈਂਬਰ ਹੈਗੇ ਆ, ਅੰਕਲ ਜੀ ਨਛੱਤਰ ਸਿੰਘ ਗਿੱਲ ਜੀ ਜੀ ਅਸੀਂ ਸੋਮਵਾਰ ਨੂੰ ਗੱਲ ਕਰਾਂਗੇ ਜੀ ਉਹਨਾਂ ਨਾਲ। ਬਿਲਕੁਲ, ਉਹਨਾਂ ਨਾਲ ਵੀ ਗੱਲ ਕਰਿਓ। ਤੇ ਉਹ ਉੱਥੇ ਪ੍ਰੈਕਟੀਕਲ ਤੌਰ ਦੇ ਉੱਤੇ ਲੜ ਰਹੇ ਆ, ਉਸ ਸੰਘਰਸ਼ ਦੇ ਵਿੱਚ ਸ਼ਾਮਲ ਆ, ਔਰ ਬਹੁਤ ਚਿਰ ਤੋਂ ਮਤਲਬ ਜਿਹੜੀਆਂ ਲੋਕ ਪੱਖੀ ਮੋਰਚੇ ਹੁੰਦੇ ਆ ਉਹਨਾਂ ਦੇ ਵਿੱਚ ਸ਼ਾਮਲ ਰਹੇ ਆ। ਉਹਦਾ ਵੀ ਤਿੱਖੇ ਆ, ਡੰਗ ਪੂਰਾ ਆਇਆ, ਇਹਨੂੰ ਤਿੱਖਾ ਰੱਖਿਆ ਨਹੀਂ ਹਲੇ ਤਾਈਂ। ਬਿਲਕੁਲ ਜੀ, ਅੰਕਲ ਜੀ ਦੇ ਨਾਲ ਜਿੰਨਾ ਚਿਰ ਤੁਸੀਂ ਮਰਜ਼ੀ ਗੱਲਬਾਤ ਕਰੀ ਜਾਓ, ਮਤਲਬ ਜੇ ਕਿਤੇ ਉਹਨਾਂ ਨੂੰ ਸਟੇਜ ਦੇ ਉੱਤੇ ਬੋਲਣ ਲਾ ਦਈਏ, ਭਾਵੇਂ ਉਹਨਾਂ ਨੂੰ 3-4 ਘੰਟੇ ਲਗਾਤਾਰ ਬੁਲਾ ਲਓ, ਤੇ ਬੜੀ ਮਤਲਬ ਖੁਸ਼ੀ ਸਮਝ ਉਹਨਾਂ ਨੂੰ ਜਾਣਕਾਰੀ ਬਹੁਤ ਬੁਨਿਆਦੀ ਪਿੱਛੋਂ ਪਿਛੋਕੜ ਤੋਂ ਲੈ ਕੇ ਹੁਣ ਤੱਕ ਦਾ ਕਿਵੇਂ ਧੱਕੇ ਹੋਏ, ਕਿੱਥੋਂ ਇਹ ਗੱਲਾਂ ਸ਼ੁਰੂਆਤ ਹੋਈਆਂ, ਉਹ ਸਾਰੀ ਉਹਨਾਂ ਨੂੰ ਜਾਣਕਾਰੀ ਹੈ। ਬਿਲਕੁਲ, ਨਾਲ ਉਹਦੇ ਡਾਟਾ ਵੀ ਹੁੰਦਾ ਉਹਨਾਂ ਕੋਲ, ਤੇ ਇਸ ਕਰਕੇ ਉਹਨਾਂ ਨੂੰ ਸਹਿਯੋਗ ਦਿੱਤਾ ਸੀਗਾ। ਬਾਕੀ ਜਿਹੜਾ ਕਿਸਾਨ ਜਥੇਬੰਦੀ ਦੇ ਉੱਥੇ ਆਪਣੇ ਮੋਰਚਾ ਲੱਗਾ ਹੈ, ਉੱਥੇ ਜਿਹੜੀਆਂ ਕਿਤਾਬਾਂ ਭੇਜੀਆਂ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਦੁਆਰਾ ਜੀ, ਤੇ ਇਹਨਾਂ ਬਾਰੇ ਮੈਂ ਤੁਹਾਨੂੰ ਇੱਕ ਜਾਣਕਾਰੀ ਸਾਂਝੀ ਕਰਨੀ ਚਾਹੂੰਗਾ। ਵੈਸੇ ਤਾਂ ਤੁਸੀਂ ਆਪ ਵੀ ਕਾਫੀ ਪੜ੍ਹਦੇ ਆ, ਤੇ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਦੀ ਆਪਣੀ ਜ਼ਿੰਦਗੀ ਤੋਂ ਬਹੁਤ ਸਿੱਖਣ ਨੂੰ ਮਿਲਦਾ ਜੀ। ਹਾਂ, ਵਾਕਿਆ ਹੀ ਉਹਨਾਂ ਦੀ ਦੇਖੋ ਸਰੀਰਕ ਤੇ ਉਹ ਸਾਰੀ ਚੀਜ਼ ਤੁਸੀਂ ਦੇਖੋ ਕਿ ਉਹਨਾਂ ਨੂੰ 22 ਸਾਲ ਦੀ ਉਮਰ ਦੇ ਵਿੱਚ ਡਾਇਬੀਟੀ ਹੋ ਗਈ ਸੀ। ਔਰ ਜਿਸ ਵੇਲੇ ਬੰਦੇ ਨੂੰ ਡਾਇਬੀਟੀ ਜਿਹਨੂੰ ਸ਼ੂਗਰ ਕਹਿੰਦੇ ਆ ਹੋ ਜਵੇ, ਤਾਂ ਬੰਦਾ ਕਹਿ ਦਿੰਦਾ ਵੀ ਉਹ ਅੱਧਾ ਤਾਂ ਡਿੱਗੇ ਪੈਂਦਾ, ਅੱਧਾ ਬੰਦਾ ਆਪ ਹੀ ਡਿੱਗ ਪੈਂਦਾ, ਹਾਲੇ ਕਿ ਡਾਇਬੀਟੀ ਨੇ ਨਹੀਂ ਸਿੱਟਿਆ ਹੁੰਦਾ। ਤੇ ਉਹਨਾਂ ਨੇ ਹੌਸਲਾ ਨਹੀਂ ਹਾਰਿਆ ਜੀ 22 ਸਾਲ ਦੀ ਉਮਰ ਦੇ ਵਿੱਚ। ਤੇ ਜਿਹੜੀ ਉਹਨਾਂ ਦੀ ਪਤਨੀ ਬਣੀ ਬਾਅਦ ਵਿੱਚ, ਤੇ ਉਹਨਾਂ ਨੂੰ ਵੀ ਪਹਿਲਾਂ ਦੱਸ ਦਿੱਤਾ ਸੀਗਾ ਵੀ ਮੈਨੂੰ ਸ਼ੂਗਰ ਆ। ਹਾਂ, ਵੀ ਉਹੀ ਗੱਲ ਨਾ ਹੋਵੇ ਵੀ ਤੂੰ ਭੁਲੇਖੇ 'ਚ ਵਿਆਹ ਕਰਾ ਲਵੇਂ। ਤਾਂ ਉਹ ਕਹਿੰਦੀ ਵੀ ਨਹੀਂ, ਮੈਂ ਵਿਆਹ ਫੇਰ ਵੀ ਤੁਹਾਡੇ ਨਾਲ ਹੀ ਕਰਾਉਣਾ। ਵੀ ਵਿਆਹ ਤੋਂ ਬਾਅਦ ਵੀ ਸ਼ੂਗਰ ਹੋ ਸਕਦੀ ਸੀ, ਆਪੇ ਕਿੱਥੇ ਨੂੰ ਜਾਣਾ ਸੀ। ਹੁਣ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਤਰਕਸ਼ੀਲ ਵੀ ਆ, ਤੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਸਾਫ਼ ਲਫ਼ਜ਼ਾਂ ਦੇ ਵਿੱਚ ਦੱਸਿਆ ਜਾਵੇ। ਆਰਟੀਕਲ ਵੀ ਉਹਨਾਂ ਦੇ ਬਹੁਤ ਸੋਹਣੇ, ਮੈਂ ਪੜ੍ਹਦਾ ਰਹਿਣਾ। ਉਹ ਆਪਣੀ ਫਿਰ ਹੋਣ ਵਾਲੀ ਪਤਨੀ ਨੂੰ ਸਾਫ਼ ਲਫ਼ਜ਼ਾਂ 'ਚ ਕਹਿੰਦੇ ਵੀ ਮੈਂ ਤੇਰੇ ਤੋਂ ਪਹਿਲਾਂ ਮਰ ਜਾਣਾ। ਅੱਛਾ, ਹਾਂ, ਵੀ ਕਲੀਅਰ ਹੀ ਆ, ਕਲੀਅਰ ਕਰਦੀ ਏ। ਤਾਂ ਉਹ ਕਹਿੰਦੀ ਵੀ ਕੋਈ ਗੱਲ ਨਹੀਂ, ਵੀ ਮੌਤ ਤਾਂ ਕਿਸੇ ਦੀ ਵੀ ਆ ਸਕਦੀ ਹੈ, ਘਟਨਾਵਾਂ ਵਾਪਰਦੀਆਂ ਆ, ਸਾਰਾ ਬਿਮਾਰੀਆਂ ਲੱਗਦੀਆਂ ਆ, ਫੇਰ ਵੀ ਮੈਂ ਵਿਆਹ ਹੀ ਕਰਾਉਣਾ। ਤਾਂ ਉਹਨਾਂ ਦਾ ਬਹੁਤ ਪਿਆਰ ਆ ਹਾਲੇ ਤੱਕ। ਬਿਲਕੁਲ ਇੱਥੇ ਵੀ ਇਕੱਠੇ ਹੀ ਆਏ ਸੀਗੇ। ਤੇ ਫਿਰ ਜੀ ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਲੱਤ ਡੈਮੇਜ ਹੋ ਗਈ, ਜਿਹੜੀ ਗੋਡੇ ਤੋਂ ਕੱਟਣੀ ਪੈ ਗਈ, ਬਾਅਦ ਚ ਆਰਟੀਫੀਸ਼ੀਅਲ ਲੱਤ ਲਾਈ ਗਈ। ਤੇ ਉਹਨਾਂ ਦੇ ਚਿਹਰੇ ਤੋਂ ਕਦੀ ਇਹ ਗੱਲ ਦੀ ਤੁਸੀਂ ਜੱਜਮੈਂਟ ਨਹੀਂ ਕਰ ਸਕਦੇ। ਬਿਲਕੁਲ, ਉਹਨਾਂ ਤੋਂ ਜੱਜ ਨਹੀਂ ਕਰ ਸਕਦੇ। ਉਹ ਕਦੇ ਇਹ ਫੀਲ ਨਹੀਂ ਕਰਦੇ ਵੀ ਮੇਰੀ ਅੱਧੀ ਲੱਤ ਹੈ ਨਹੀਂ ਜਾਂ ਆਰਟੀਫੀਸ਼ੀਅਲ ਲੱਤ ਆ। ਉਹ ਆਪਣੀਆਂ ਐਕਟੀਵਿਟੀਜ਼ ਪੂਰੀਆਂ ਕਰਦੇ ਆ। 40 ਤੋਂ ਵੱਧ ਕਿਤਾਬਾਂ ਲਿਖ ਚੁੱਕੇ ਜੀ ਉਹ। ਤੇ ਜਿੰਨੇ ਵੀ ਮੈਂ ਉਹਨਾਂ ਨੂੰ ਥੱਕਦੇ ਨਹੀਂ ਦੇਖਿਆ, ਅੱਕਦੇ ਨਹੀਂ ਦੇਖਿਆ। ਕਿੰਨੇ ਦਿਨ ਉਦੋਂ ਰਹਿ ਕੇ ਗਏ। ਹਾਂਜੀ, ਬਿਲਕੁਲ ਜੀ। ਤੇ ਫਿਰ ਉਹਨਾਂ ਨੇ ਨਾਲ ਦੀ ਨਾਲ ਹੈਗਾ ਵੀ ਜਿਹੜੇ ਵੀ ਲੋਕ ਪੱਖੀ ਕੰਮ ਚੱਲਦੇ ਆ ਉਹਨਾਂ ਦੇ ਵਿੱਚ ਉਹਨਾਂ ਨੇ ਪਹੁੰਚਣਾ ਆ, ਸਪੀਚਸ ਕਰਨੀਆਂ ਆ। ਤਰਕਸ਼ੀਲ ਮੈਗਜ਼ੀਨ 'ਚ ਬਹੁਤ ਚਿਰ ਤੋਂ ਲਿਖਦੇ ਆ ਜੀ, ਕਈ ਹੋਰ ਅਖਬਾਰਾਂ ਦੇ ਵਿੱਚ ਲਿਖਦੇ ਆ, ਕਈ ਲਾਇਬ੍ਰੇਰੀਆਂ 'ਚ ਉਹਨਾਂ ਦੀ ਸਪੀਚਸ ਹੁੰਦੀ ਆ, ਸਕੂਲਾਂ ਦੇ ਵਿੱਚ ਹੁੰਦੀ ਹੈਗੀ ਆ। ਤੇ ਉਹਨਾਂ ਦੇ ਮੂੰਹ ਤੋਂ ਇਦਾਂ ਨਹੀਂ ਲੱਗਦਾ ਵੀ ਮੇਰੇ ਕੋਲ ਟਾਈਮ ਹੈ ਨਹੀਂ। ਡਾਕਟਰ ਹੁੰਦੇ ਉਹਨਾਂ ਨੇ ਕਦੇ ਇਦਾਂ ਨਹੀਂ ਕਿਹਾ ਵੀ ਮੇਰੇ ਕੋਲ ਸਮਾਂ ਹੈ ਨਹੀਂ। ਕੀ ਬਾਤ ਹੈ। ਕਦੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਮੈਂ ਸਮਾਂ ਪਾਸ ਕਰਨਾ। ਆਪਾਂ ਜਿਹਨੂੰ ਸਮਾਂ ਪਾਸ ਕਰਦੇ ਆਮ ਤੌਰ ਤੇ ਕਿਸੇ ਨੂੰ ਫੋਨ ਕਰੋ, ਬਸ ਕਹਿੰਦੇ ਜੀ ਬਸ ਜੀ ਟਾਈਮ ਪਾਸ ਕਰਦੇ ਆ। ਬੜੀ ਨੜਾਲ ਜੀ ਆਵਾਜ਼ ਆਉਂਦੀ ਮੋਰਿਓ। ਉਹ ਸਮਾਂ ਕਹਿੰਦੇ ਟਾਈਮ ਪਾਸ ਕਰਦੇ ਆ, ਹੋ ਜਾਂਦਾ ਟਾਈਮ ਫੇਲ। ਐਕਚੁਅਲੀ ਜਿਸ ਵੇਲੇ ਤੁਸੀਂ ਕੁਝ ਕਰਦੇ ਨਹੀਂ, ਉਹ ਟਾਈਮ ਪਾਸ ਨਹੀਂ ਕਰਦੇ, ਤੁਸੀਂ ਟਾਈਮ ਫੇਲ ਕਰ ਰਹੇ। ਤੇ ਉਹਨਾਂ ਨੇ ਕਹਿ ਲਓ ਕਦੇ ਟਾਈਮ ਫੇਲ ਨਹੀਂ ਕੀਤਾ। ਤੇ ਇੱਥੇ ਮੇਰੇ ਨਾਲ ਵੀ ਜਿੰਨਾ ਚਿਰ ਰਹੇ ਆ, ਤਾਂ ਅਸੀਂ ਸਵੇਰ ਤੋਂ ਲੈ ਕੇ ਗੱਲਾਂ ਬਾਤਾਂ ਸ਼ੁਰੂ ਹੋ ਜਾਣੀਆਂ, ਟਾਈਮ ਪਾਸ ਵਾਲੀਆਂ ਨਹੀਂ। ਤੇ ਜਿਨ੍ਹਾਂ ਤੋਂ ਸਮਾਜ ਨੂੰ ਕੁਝ ਸਿੱਖਦੇ ਆ, ਸਾਨੂੰ ਸਿੱਖਣ ਨੂੰ ਮਿਲੇ, ਤਾਂ ਸਮਾਜ ਨੂੰ ਕੀ ਦੇਣਾ, ਉਹਦੇ ਬਾਰੇ ਗੱਲਬਾਤ ਕਰਨੀ। ਫਿਰ ਜਿਸ ਵੇਲੇ ਜੀ ਉਹਨਾਂ ਦੀ ਲੱਤ ਉੱਥੋਂ ਕੱਟੀ ਗਈ, ਆਰਟੀਫੀਸ਼ੀਅਲ ਲੱਤ ਪਾਤੀ, ਤਾਂ ਹੁਣ ਜਿਸ ਵੇਲੇ ਡਾਇਬੀਟੀ ਦਾ ਮਰੀਜ਼ ਹੁੰਦਾ ਉਹਨੂੰ ਐਕਸਰਸਾਈਜ਼ ਦੀ ਲੋੜ ਪੈਂਦੀ ਹੈ। ਉਹਨਾਂ ਨੇ ਉਹ ਐਕਸਰਸਾਈਜ਼ਾਂ ਸਿੱਖ ਲਈਆਂ ਜਿਹੜੀਆਂ ਮੰਜੇ ਤੇ ਪਏ ਵੀ ਹੋ ਸਕਣ। ਅੱਛਾ ਜੀ, ਉਹ ਵੀ ਉਹਨਾਂ ਨੇ ਜਿੱਦਾਂ ਉਪਰਾਲਾ ਕਰ ਲਿਆ। ਠੀਕ ਹੈ। ਤੇ ਫਿਰ ਜਿਹੜੇ ਕੋਈ ਕਹਿ ਲਓ ਵੀ ਜਿੱਦਾਂ ਹੁਣ ਸ਼ੂਗਰ, ਉਹਨਾਂ ਦਿਨਾਂ ਦੇ ਵਿੱਚ ਕੀ ਸੀਗਾ ਵੀ 3 ਤੋਂ ਲੈ ਕੇ 20 ਸਾਲ ਡਾਕਟਰੀ ਦੇ ਹਿਸਾਬ ਦੇ ਨਾਲ ਬੰਦਾ ਜੀ ਸਕਦਾ ਸੀਗਾ, ਸ਼ੂਗਰ ਦਾ ਮਰੀਜ਼। ਠੀਕ ਹੈ। ਤੇ ਉਹਨਾਂ ਨੂੰ 44 ਸਾਲ ਡਾਇਬੀਟੀ ਹੋਈ ਨੂੰ ਹੋ ਗਿਆ।
ਤੇ ਇੱਕ ਮਤਲਬ ਕਹਿ ਲਓ ਮਤਲਬ ਪੂਰੇ ਕਾਇਮ ਆ, ਮੈਂ ਤਾਂ ਉਦਾਂ ਦੇ ਉਦਾਂ ਹੀ ਦੇਖਦਾ ਉਹਨਾਂ ਨੂੰ। ਪੂਰੇ ਕਾਇਮ ਹੈ ਜੀ। ਮੈਂ ਹੁਣ ਵੀ 2 ਦਿਨ ਜਾ ਕੇ ਰਹਿ ਕੇ ਆਇਆ ਸੀ ਉਹਨਾਂ ਕੋਲ ਜੀ, ਉਹਨਾਂ ਦੇ ਘਰ, ਤੇ ਇਹ ਮਤਲਬ ਬਹੁਤ ਸਿੱਖਣ ਨੂੰ ਮਿਲਦਾ ਉਹਨਾਂ ਦੀ। ਕੀ ਬਾਤ ਹੈ। ਸੋ ਚੜ੍ਹਦੀ ਕਲਾ ਦੇ ਪ੍ਰਤੀਕ ਜਿਹੜੇ ਲੋਕ ਨੇ ਉਹਨਾਂ ਦੀਆਂ ਬਾਤਾਂ ਪੈ ਰਹੀਆਂ। ਖੁਰਦਪੁਰੀਆ ਅਵਤਾਰ ਸਿਆਣੀਆਂ ਸਿਆਣੀਆਂ ਗੱਲਾਂ ਕਰਦਾ, ਕਈ ਸਾਲ ਹੋ ਗਏ, ਤੇ ਵਿੱਚ ਜਦੋਂ ਸਾਡਾ ਦਾ ਲੱਗਦਾ ਸੀ ਤੁਹਾਡੇ ਰੂਬਰੂ ਕਰ ਦਈਦਾ। ਇਹ ਇਹਨਾਂ ਦੀ ਜ਼ਰਾ ਨਵਾਜ਼ੀ ਹੈ, ਇਹਨਾਂ ਦਾ ਵੱਡਪਣ ਆ ਵੀ ਇਹਨਾਂ ਨੇ ਕਦੇ ਵੀ ਨਾ ਨਹੀਂ ਕੀਤੀ। ਬੜੇ ਯੋਜਨਾਬੱਧ ਤਰੀਕੇ ਦੇ ਨਾਲ ਇਹ ਗੱਲਾਂ ਬਾਤਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ। ਕੁਝ ਕੁ ਮਿੱਤਰਾਂ ਦੇ ਸੰਦੇਸ਼ ਤੁਹਾਡੇ ਤੱਕ ਪਹੁੰਚਾਉਣੇ ਨੇ, ਕਿਉਂਕਿ ਕੰਪਿਊਟਰ ਅੱਖਾਂ ਮਾਰ ਰਿਹਾ, ਤੇ ਉਸ ਤੋਂ ਬਾਅਦ ਦੁਬਾਰਾ ਹਾਜ਼ਰ ਹੁੰਦੇ ਆ ਜੀ ਤੁਹਾਡੇ ਨਾਲ। ਜਿਹੜੇ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਉੱਤੇ ਮਿੱਤਰ ਜੁੜੇ ਹੋਏ ਨੇ, ਉਹਨਾਂ ਦੇ ਨਾਲ ਵੀ ਅਸੀਂ ਦੂਜੀ ਕਿਸ਼ਤ ਦੀ ਗੱਲਬਾਤ ਜਿਹੜੀ ਹੈ ਕੁਝ ਪਲਾਂ ਦੇ ਬਾਅਦ ਲੈ ਕੇ ਹਾਜ਼ਰ ਹੁੰਦੇ ਆ। ਪ੍ਰੋਗਰਾਮ ਚੱਲ ਰਿਹਾ ਜੀ ਨਾਲੇ ਗੱਲਾਂ ਨਾਲੇ ਗੀਤ, ਅਤੇ ਮੈਂ ਤੁਹਾਡਾ ਦੋਸਤ ਤੇ ਹੋਸਟ ਪਰਮਿੰਦਰ ਸਿੰਘ ਪਾਪਾ ਟੋਏ ਟੋਏ। ਸਟੂਡੀਓ 'ਚ ਮਹਿਮਾਨ ਨੇ ਵੀਰ ਅਵਤਾਰ ਤਰਕਸ਼ੀਲ, ਜਿਹੜੇ ਕਿ ਭੁੱਕੀ ਕੋਈ ਦੇ ਵਸਨੀਕ ਨੇ। ਜਲਦ ਹਾਜ਼ਰ ਹੁੰਦੇ ਆ ਨੂੰ ਔਰ ਪ੍ਰੋਗਰਾਮ ਦੇ ਵਿੱਚ ਜਿੱਥੇ ਵੱਖ-ਵੱਖ ਅੰਦਾਜ਼ ਅਸੀਂ ਤੁਹਾਡੇ ਲਈ ਹਾਜ਼ਰ ਕਰ ਰਹੇ ਹਾਂ। ਪ੍ਰੋਗਰਾਮ ਦਾ ਨਾਮ ਹੈ ਜੀ ਨਾਲੇ ਗੱਲਾਂ ਨਾਲੇ ਗੀਤ। ਸੋ ਇਸ ਕਰਕੇ ਕੁਝ ਇੱਕ ਜਿਹੜੇ ਗੀਤ ਨੇ ਤੇ ਨਾਲ ਨਾਲ ਸਾਡੇ ਕਾਰੋਬਾਰੀ ਅਦਾਰਿਆਂ ਦੇ ਸੰਦੇਸ਼ ਨੇ, ਉਹ ਤੁਹਾਡੇ ਤੱਕ ਅਸੀਂ ਹਾਜ਼ਰ ਕਰ ਰਹੇ ਸਾਂ। ਸਟੂਡੀਓ ਦੇ ਵਿੱਚ ਸਾਡੇ ਨਾਲ ਦੂਸਰੇ ਪੜਾਅ ਦੀ ਗੱਲਬਾਤ ਕਰਨ ਦੇ ਲਈ ਵੀਰ ਅਵਤਾਰ ਤਰਕਸ਼ੀਲ ਹਾਜ਼ਰ ਨੇ। ਔਰ ਮੈਂ ਇਹ ਵੀ ਯਾਦ ਕਰਾਉਣਾ ਚਾਹਾਂਗਾ ਕਿ ਸਮੇਂ-ਸਮੇਂ ਤੇ ਰੇਡੀਓ ਸਪਾਈਸ ਦੇ ਲਈ ਵੀ ਆਰਥਿਕ ਮਦਦ ਵੀਰ ਅਵਤਾਰ ਤਰਕਸ਼ੀਲ ਹੋਣਾ ਨੇ ਕੀਤੀ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਖਾਸ ਤੌਰ ਤੇ ਜਦੋਂ ਸਾਹਿਤ ਦਾ ਲੰਗਰ ਲਾਉਣ ਦੀ ਗੱਲ ਹੁੰਦੀ ਹੈ, ਬੜੀ ਉਮੀਦ ਹੈ ਸਾਨੂੰ ਕਿ ਆਉਂਦੇ ਸਮਿਆਂ 'ਚ ਜਦੋਂ ਇੱਥੇ ਨਵੇਂ ਪ੍ਰਮਿਸਿਸ ਦੇ ਵਿੱਚ ਸਾਡੇ ਕੋਲ ਕਾਫੀ ਸਾਰੀਆਂ ਸਹੂਲਤਾਂ ਹੋ ਗਈਆਂ ਨੇ, ਤੇ ਉੱਥੇ ਅਸੀਂ ਚਾਹਾਂਗੇ ਕਿ ਹਰੇਕ ਆਇਆ ਗਿਆ ਘੱਟੋ ਘੱਟ ਸਾਹਿਤ ਦੇ ਨਾਲ ਵਾਬਸਤਾ ਜ਼ਰੂਰ ਰਵੇ। ਇੱਥੇ ਨਿਊਜ਼ੀਲੈਂਡ ਦੇ ਵਿੱਚ ਕੁਝ ਸਮਾਂ ਪਹਿਲਾਂ ਸਾਡੇ ਇੱਕ ਦੋਸਤ ਆਏ ਸਨ, ਔਰ ਸ਼ਮੀ ਜੀ ਉਹਨਾਂ ਦੇ ਨਾਲ ਰਲ ਕੇ ਇੱਕ ਮੈਗਜ਼ੀਨ ਜਿਹੜਾ ਹੈ ਉਹਦੀ ਸ਼ੁਰੂਆਤ ਬਹੁਤ ਜਲਦੀ ਹੋਣ ਜਾ ਰਹੀ ਹੈ। ਸੋ ਉਹਦੇ ਸੰਬੰਧੀ ਵੀ ਗੱਲਬਾਤ ਜਿਹੜੀ ਹੈ ਆਪਾਂ ਉਹਨਾਂ ਨਾਲ ਕਰਦੇ ਚੱਲਾਂਗੇ। ਵੀਰ ਅਵਤਾਰ ਜੀ, ਦੂਸਰੇ ਪੜਾਅ ਦੀ ਗੱਲਬਾਤ ਵਿੱਚ ਤੁਹਾਡਾ ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਪਰਮਿੰਦਰ ਸਿੰਘ ਜੀ, ਤੇ ਮੇਰੇ ਵੱਲੋਂ ਸਾਰੇ ਸੁਣ ਰਹੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ। ਅਵਤਾਰ ਜੀ, ਜਿਹੜਾ ਤੁਸੀਂ ਮੈਗਜ਼ੀਨ ਸ਼ੁਰੂ ਕਰਨ ਦੀ ਗੱਲ ਆਖ ਰਹੇ ਸੀ, ਉਹ ਮੈਂ ਉਹਦੇ ਬਾਰੇ ਥੋੜਾ ਵਿਸਥਾਰ ਦੇ ਵਿੱਚ ਜਾਣਨਾ ਚਾਹੁੰਦਾ ਕਿ ਕਿਉਂਕਿ ਇੱਥੇ ਸੁੱਖ ਨਾਲ ਆਪਣੀ ਹੁਣ ਕਮਿਊਨਿਟੀ ਕਾਫੀ ਹੋ ਗਈ ਔਰ ਪੜ੍ਹਨ ਲਿਖਣ ਦੇ ਸ਼ੌਕੀਨ ਵੀ ਕਾਫੀ ਨੇ। ਸੋ ਬੜੀ ਉਮੀਦ ਹੈ ਕਿ ਇੱਥੇ ਜਿਹੜੇ ਲੋਕ ਪੜ੍ਹਨ ਲਿਖਣ ਦੇ ਸ਼ੌਕੀਨ ਨੇ, ਉਹਨਾਂ ਦੀ ਜਿਹੜੀ ਰੂਹ ਦੀ ਭੁੱਖ ਹੈ ਉਹਨੂੰ ਦੂਰ ਕਰਨ ਦੇ ਲਈ ਤੁਸੀਂ ਜ਼ਰੂਰ ਕੋਈ ਯਤਨ ਕਰ ਰਹੇ ਹੋਵੋਗੇ। ਹਾਂਜੀ ਬਿਲਕੁਲ ਪਰਮਿੰਦਰ ਸਿੰਘ ਜੀ, ਇਸ ਵੇਲੇ ਆਪਣਾ ਖਾਸ ਮੁੱਦਾ ਕਿਸਾਨੀ ਸੰਘਰਸ਼ ਹੈਗਾ ਉੱਥੇ, ਤੇ ਮਿੱਤਰ ਸੁਮੀਤ ਸ਼ਮੀ ਜੀ ਇੰਡੀਆ ਤੋਂ ਹੈਗੇ ਆ, ਤੇ ਉਹ ਉੱਥੇ ਸੰਸਥਾ ਚਲਾ ਰਹੇ ਆ, ਤੇ ਉਹਨਾਂ ਦੇ ਸਹਿਯੋਗ ਦੇ ਨਾਲ ਉੱਥੇ ਕਿਸਾਨੀ ਨੂੰ ਸਮਰਪਿਤ ਜਿਹੜੀ ਮੈਗਜ਼ੀਨ ਕੱਢੀ ਜਾ ਰਹੀ ਹੈ, ਜਿਹੜੀ ਹੁਣ ਪ੍ਰਿੰਟ ਮੀਡੀਆ ਦੇ ਵਿੱਚ ਇਸ ਵੇਲੇ ਹੈਗੀ ਆ। ਅੱਛਾ ਜੀ। ਤੇ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਛਪੂਗੀ, 5000 ਤੋਂ ਉੱਪਰ ਛਾਪਣ ਦਾ ਵਿਚਾਰ ਹੈ ਸ਼ੁਰੂ ਦੇ ਵਿੱਚ ਜੀ। ਤੇ ਉਹਦੇ ਵਾਸਤੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸਟ ਆਕਲੈਂਡ ਨਿਊਜ਼ੀਲੈਂਡ ਨੇ ਆਰਥਿਕ ਮਦਦ ਉਹਨਾਂ ਨੂੰ ਭੇਜ ਦਿੱਤੀ ਆ ਜੀ, ਤੇ ਉਹ ਮੈਗਜ਼ੀਨ ਛਪ ਕੇ ਛੇਤੀ ਸਾਰੇ ਜਿਹੜੇ ਇੰਡੀਆ ਦੇ ਵਿੱਚ ਪਹੁੰਚ ਜਾਊਗੀ। ਠੀਕ ਹੈ ਜੀ, ਠੀਕ ਹੈ, ਬਹੁਤ ਵਧੀਆ ਗੱਲ ਆ। ਨਾਲ ਮੈਂ ਦੇਖ ਰਿਹਾ ਕਿ ਜਿੱਦਾਂ ਹੁਣ ਤੁਸੀਂ ਜਦੋਂ COVID-19 ਆਇਆ, ਹਾਂਜੀ, ਉਸ ਤੋਂ ਬਾਅਦ ਆਪਣੀ ਸੰਖੇਪ ਦੇ ਵਿੱਚ ਗੱਲਬਾਤ ਹੋਈ, ਥੋੜਾ ਜਿਹਾ ਉਹਦੇ ਬਾਰੇ ਸੰਖੇਪ ਜਾਣਕਾਰੀ ਜ਼ਰੂਰ ਦਿਓ ਕਿ ਕਿਹੜੇ ਪਿੰਡਾਂ ਦੇ ਲੋਕ ਸਨ ਲੋੜਵੰਦ ਜਿਨ੍ਹਾਂ ਦੇ ਲਈ ਤੁਸੀਂ ਕਾਰਜ ਕੀਤੇ, ਸੰਗਠਿਤ ਤੌਰ ਦੇ ਉੱਤੇ ਵੀ ਔਰ ਵਿਅਕਤੀਗਤ ਤੌਰ ਦੇ ਉੱਤੇ ਵੀ, ਉਹ ਵੀ ਜਾਣਕਾਰੀ ਜ਼ਰੂਰ ਸਾਂਝੀ ਕਰੋ। ਹਾਂਜੀ ਬਿਲਕੁਲ ਜੀ, ਪਹਿਲਾਂ ਤਾਂ ਨਿਊਜ਼ੀਲੈਂਡ ਦੇ ਵਿੱਚ ਜਿਸ ਵੇਲੇ COVID-19 ਸੀਗਾ, ਲੋਕਡਾਊਨ ਹੋਇਆ, ਤੇ ਇੱਥੇ ਸਰਕਾਰ ਵੱਲੋਂ ਕਾਫੀ ਮਦਦ ਕੀਤੀ ਗਈ ਲੋਕਾਂ ਦੀ, ਵੀ ਕਹਿ ਲਓ ਵੀ ਕੋਈ ਭੁੱਖਾ ਨਾ ਮਰੇ। ਪਰ ਉਹਦੇ ਵਿੱਚ ਕੁਝ ਜਿਹੜੇ ਮਾਈਗ੍ਰੈਂਟਸ ਹੈਗੇ, ਜਿਹੜੇ ਬਾਹਰਲੇ ਦੇਸ਼ਾਂ ਤੋਂ ਆਏ ਸੀ, ਜਿਹੜੇ ਕੱਚੇ ਸੀਗੇ, ਉਹਨਾਂ ਨੂੰ ਸਰਕਾਰ ਵੱਲੋਂ ਸਹਿਯੋਗ ਨਹੀਂ ਮਿਲਿਆ ਸੀਗਾ। ਹਾਂਜੀ। ਜਾਂ ਜਿਹੜੇ ਸਟੂਡੈਂਟਸ ਇੱਥੇ ਆਏ ਸੀਗੇ, ਜਿਹੜੇ ਓਵਰਸਟੇ ਹੋ ਚੁੱਕੇ ਸੀ, ਉਹਨਾਂ ਨੂੰ ਕੋਈ ਸਹਿਯੋਗ ਨਹੀਂ ਮਿਲਿਆ। ਹਾਂਜੀ। ਤੇ COVID-19 ਕਰਕੇ ਉਹਨਾਂ ਦੇ ਵਿੱਚੋਂ ਕਈਆਂ ਦੇ ਕੰਮ ਵੀ ਛੁੱਟ ਗਏ ਸੀਗੇ, ਜਾਂ ਕਈਆਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਸੀਗੀ। ਹਾਂਜੀ। ਤੇ ਅਸੀਂ ਉਸੇ ਵੇਲੇ ਇੱਥੇ ਸਾਡਾ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸਟ ਆਕਲੈਂਡ ਦਾ ਫੋਨ ਨੰਬਰ ਹੈਗਾ ਆ 0800 ਮਾਨਵਤਾ, ਉਹਦਾ ਨੰਬਰ ਆ 0800 ਮਾਨਵਤਾ ਜੀ, ਉਹ ਪਬਲਿਸ਼ ਕੀਤਾ ਵੀ ਪੂਰੇ ਨਿਊਜ਼ੀਲੈਂਡ ਦੇ ਵਿੱਚ ਜੇ ਕਿਸੇ ਵੀ ਸਟੂਡੈਂਟ ਨੂੰ ਤੰਗੀ ਹੈਗੀ ਆ ਜਾਂ ਵਿਦਿਆਰਥੀ ਨੂੰ ਤੰਗੀ ਹੈਗੀ ਆ, ਤਾਂ ਉਹ ਸਾਡੇ ਨਾਲ ਸੰਪਰਕ ਕਰੇ। ਠੀਕ ਹੈ ਜੀ। ਖਾਣ ਪੀਣ ਦੀ ਤਾਂ ਅਸੀਂ ਉਹਦੇ ਤੇ ਹੀ ਪਹੁੰਚਾ ਦਿੱਤਾ ਜਾਊਗਾ। ਬਿਲਕੁਲ ਬਿਲਕੁਲ। ਤੇ ਉਹ ਸਾਨੂੰ ਫਿਰ ਪੂਰੇ ਨਿਊਜ਼ੀਲੈਂਡ ਤੋਂ ਜਿੱਥੋਂ ਵੀ ਤੰਗੀ ਦੇ ਫੋਨ ਆਏ, ਤੇ ਉਹ ਰਾਸ਼ਨ ਜਿਹੜਾ ਅਸੀਂ 1 ਮਹੀਨੇ ਦਾ 1 ਘੰਟੇ ਦੇ ਵਿੱਚ ਪਹੁੰਚਦਾ ਕਰਦੇ ਸੀ। ਹਾਂਜੀ। ਤੇ ਜੇ ਅਗਲੇ ਕੋਈ ਕਾਰ ਹੈਗੀ ਤਾਂ ਠੀਕ ਹੈ, ਨਹੀਂ ਤਾਂ ਉਹਦੇ ਘਰੇ ਹੀ 1 ਘੰਟੇ ਦੇ ਵਿੱਚ ਹੀ ਰਾਸ਼ਨ ਪਹੁੰਚਾ ਦਿੱਤਾ ਜਾਂਦਾ ਸੀ ਜੀ। ਤੇ ਉਹਦਾ ਸੌਖਾ ਪ੍ਰੋਸੈਸ ਇਹ ਸੀ ਕਿ ਅਸੀਂ ਸੜਕਾਂ ਦੇ ਉੱਤੇ ਕਾਰਾਂ ਦੀਆਂ ਲਾਈਨਾਂ ਨਹੀਂ ਲਾਈਆਂ ਕੋਈ ਵੀ,
ਉਹਨਾਂ ਨੇ ਕਿਹਾ ਵੀ ਤੁਸੀਂ ਸੜਕ ਤੇ ਨਹੀਂ ਆਉਣਾ, ਵੀ ਉਹਦੇ ਨਾਲ ਖਤਰਾ ਹੋਰ ਵੱਧਦਾ, ਵੀ ਸਰਕਾਰ ਦੇ ਜਿਹੜੇ ਨਿਯਮ ਆ ਇਹਨਾਂ ਨੂੰ ਪਾਲਣਾ ਜਦੋਂ ਇਹਨਾਂ ਦੀ ਜ਼ਰੂਰੀ ਹੈਗੀ ਆ ਜੀ। ਤੇ ਉਹ ਅਸੀਂ ਜਿਹੜੇ ਸ਼ਹਿਰ ਦੇ ਵਿੱਚੋਂ ਮੰਨ ਲਓ ਇੱਥੋਂ ਸਾਨੂੰ 7 ਘੰਟੇ ਦੂਰ ਹੈਗਾ ਸ਼ਹਿਰ ਗਿਸਬਨ, ਉੱਥੋਂ ਵੀ ਫੋਨ ਆਇਆ। ਅੱਛਾ ਜੀ। ਜਿਹੜੇ ਕੁੜੀਆਂ ਮੁੰਡੇ ਉੱਥੇ ਤੰਗ ਸੀਗੇ ਕਾਫੀ ਹਟਵਾ। ਹਾਂ, ਤੇ ਉੱਥੇ ਅਸੀਂ ਕੀ ਕੀਤਾ ਵੀ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਹੜੀ ਦੁਕਾਨ ਤੋਂ ਗਰੋਸਰੀ ਜਾਂ ਕਰਿਆਨਾ ਲੈਣੇ ਆ, ਤਾਂ ਉਹਨਾਂ ਨੇ ਸਾਨੂੰ ਇੰਡੀਅਨ ਸ਼ਾਪ ਦਾ ਨਾਮ ਦੱਸਿਆ। ਇੰਡੀਅਨ ਸ਼ਾਪ ਨੂੰ ਮੈਂ ਫੋਨ ਕੀਤਾ, ਉਹਨਾਂ ਨੇ ਆਪਣਾ ਬੈਂਕ ਅਕਾਊਂਟ ਦਿੱਤਾ। 15 ਮਿੰਟਾਂ ਦੇ ਵਿੱਚ ਉਹ ਪੈਸੇ ਟ੍ਰਾਂਸਫਰ ਕਰਕੇ ਉਹਨਾਂ ਨੂੰ ਕਿਹਾ ਵੀ ਗਰੋਸਰੀ ਚਾਹੇ ਉੱਥੇ ਪਹੁੰਚਾ ਦਿਓ ਤੇ ਚਾਹੇ ਉਹ ਉੱਥੋਂ ਚੱਕ ਲੈਣਗੇ। ਬਿਲਕੁਲ ਸਹੀ। ਤੇ 1 ਘੰਟੇ ਦੇ ਵਿੱਚ ਉਹਨਾਂ ਨੂੰ ਫਿਰ ਮਹੀਨਾ ਬਾਹਰ ਨਿਕਲਣ ਦੀ ਲੋੜ ਨਹੀਂ ਪਈ ਜੀ। ਤੇ ਉਸ ਤੋਂ ਇਲਾਵਾ ਫਿਰ ਜਿਹੜਾ ਆਪਣੇ ਪੰਜਾਬ ਦੇ ਵਿੱਚ COVID-19 ਆਇਆ, ਜਿਹੜਾ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਆਕਲੈਂਡ ਦੇ ਸਹਿਯੋਗ ਦੇ ਨਾਲ ਲੁਧਿਆਣੇ ਸ਼ਹਿਰ ਦੇ ਆਲੇ ਦੁਆਲੇ ਜਿਹੜੇ, ਕਿਉਂਕਿ ਉੱਥੇ ਮਜ਼ਦੂਰ ਤਬਕਾ ਕਾਫੀ ਆ ਜਿਹੜਾ ਦਿਹਾੜੀਦਾਰ ਆ, ਜਿੱਦਾਂ ਉਹਨਾਂ ਦਾ ਦਿਹਾੜੀ ਨਾ ਲੱਗੇ ਤਾਂ ਉਹਨਾਂ ਦਾ ਗੁਜ਼ਾਰਾ ਔਖਾ ਹੋ ਜਾਂਦਾ ਜੀ। ਬਿਲਕੁਲ। ਤੇ ਜਿਸ ਵੇਲੇ ਲੋਕਡਾਊਨ ਹੋਇਆ ਉਹਨਾਂ ਦੇ ਕੰਮਕਾਰ ਜਾਂਦੇ ਲੱਗੇ, ਤਾਂ ਉਹਨਾਂ ਨੂੰ ਫਿਰ ਜਿਹੜੇ ਲੁਧਿਆਣੇ ਦੇ ਆਲੇ ਦੁਆਲੇ ਦੇ ਪਿੰਡ ਸੀਗੇ, ਨੌਜਵਾਨ ਭਾਰਤ ਸਭਾ ਦੇ ਨਾਲ ਰਲ ਕੇ ਉੱਥੇ ਸਹਿਯੋਗ ਕੀਤਾ ਗਿਆ। ਕਾਫੀ ਸਟਰੋਂਗ ਹੈ ਜੀ ਉਹ। ਹਾਂਜੀ, ਉਹ ਕਾਫੀ ਸਟਰੋਂਗ ਸੰਸਥਾ ਆ ਜੀ। ਤੇ ਉਹਨਾਂ ਨਾਲ ਰਲ ਕੇ ਸਹਿਯੋਗ ਕੀਤਾ ਗਿਆ। ਤੇ ਫਗਵਾੜਾ ਹੈਗਾ ਆ, ਤੇ ਫਗਵਾੜੇ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦਾ ਇੱਕ ਭਵਨ ਬਣਾਇਆ ਆ ਜੀ, ਹਾਦੀਆਬਾਦ ਦੇ ਵਿੱਚ। ਬਿਲਕੁਲ ਬਿਲਕੁਲ। ਉੱਥੇ ਸੰਸਥਾ ਕਾਫੀ ਐਕਟਿਵ ਹੈਗੀ ਆ, ਤੇ ਉਹਨਾਂ ਦੇ ਨਾਲ ਸਹਿਯੋਗ ਕਰਕੇ ਉੱਥੇ ਲੰਗਰ ਲਾਇਆ ਜੀ। ਤੇ ਉਸ ਲੰਗਰ ਦੇ ਵਿੱਚ 1600 ਬੰਦਾ ਰੋਜ਼ ਖਾਣਾ ਖਾ ਕੇ ਜਾਂਦਾ ਸੀ ਜੀ। ਵਾਹ ਜੀ ਵਾਹ। ਇਕੱਲਾ ਫਗਵਾੜੇ ਦੇ ਵਿੱਚ। ਤੇ ਉਹ ਇਲਾਕੇ 'ਚ ਵੀ ਹੁਣ ਵਸੋਂ ਕਾਫੀ ਵੱਧ ਗਈ ਜੀ। ਜਦੋਂ ਬਾਹਰ ਨੂੰ ਨਿਕਲਦੇ ਫਗਵਾੜੇ ਤੋਂ ਨਕੋਦਰ ਨੂੰ ਤੁਸੀਂ, ਹਾਂਜੀ, ਤਾਂ ਹਦੀਆਬਾਦ, ਸਤਰਾਮਪੁਰਾ, ਉਧਰ ਨੂੰ ਬਹੁਤ ਜ਼ਿਆਦਾ ਵਸੋਂ ਵੱਧ ਗਿਆ। ਬਿਲਕੁਲ ਜੀ। ਤੇ ਉਸੇ ਭਵਨ ਦੇ ਵਿੱਚ ਮੈਂ ਲਾਇਬ੍ਰੇਰੀ 'ਚ ਯੋਗਦਾਨ ਪਾਇਆ। ਤਕਰੀਬਨ 200 ਤੋਂ ਵੱਧ ਕਿਤਾਬਾਂ ਉੱਥੇ ਡੋਨੇਟ ਕੀਤੀਆਂ ਆ, ਤੇ ਉੱਥੇ ਵੀ ਕਾਫੀ ਸੱਜਣ ਪੜ੍ਹਨ ਆਉਂਦੇ ਆ ਜੀ। ਤੇ ਮੇਰਾ ਆਪਣਾ ਪਿੰਡ ਖੁਰਦਪੁਰ ਹੈਗਾ ਆ, ਉੱਥੇ ਆਪਣੇ ਜਿਹੜੇ ਸਾਡੇ ਨਿਊਜ਼ੀਲੈਂਡ ਦੇ ਵਿੱਚ ਵਸਦਾ ਪੇਂਡੂ ਵਾਸੀ ਹੈਗੇ ਸਾਡੇ, ਉਹਨਾਂ ਨਾਲ ਸਹਿਯੋਗ ਕਰਕੇ। ਕਿੰਨੇ ਪਰਿਵਾਰ ਆ ਭਾਜੀ ਖੁਰਦਪੁਰ ਦੇ? ਮੇਰੇ ਖਿਆਲ 4-5 ਪਰਿਵਾਰ ਹੈਗੇ ਆ ਨਾ। 7-8 ਹੈਗੇ ਆ। ਅੱਛਾ, 7-8 ਆ। ਹਾਂਜੀ। ਫਿਰ ਵਿੱਚ ਕੁੜੀਆਂ ਵੀ ਹੈਗੀਆਂ ਨਾ ਉੱਥੇ, ਅਸੀਂ ਕੁੜੀਆਂ ਦੇ ਨਾਲ ਜਿਹੜੀਆਂ ਵਿਆਹੀਆਂ ਗਈਆਂ। ਹਾਂਜੀ, ਨਹੀਂ ਵਧੀਆ। ਤੇ ਹਾਂਜੀ, ਤੇ ਉਹਨਾਂ ਦੇ ਨਾਲ ਫਿਰ ਸਹਿਯੋਗ ਕਰਕੇ ਤਾਂ ਪਿੰਡ ਦੇ ਵਿੱਚ ਲੰਗਰ ਲਾਇਆ ਸਾਰੇ ਲੋੜਵੰਦਾਂ ਨੂੰ। ਬਹੁਤ ਕਿਉਂਕਿ ਸਾਡੇ ਉੱਥੇ ਲੋੜਵੰਦ ਜ਼ਿਆਦਾ ਆ, ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹ ਸਾਡੇ ਪਿੰਡਾਂ 'ਚ ਜ਼ਿਆਦਾ ਰਹਿੰਦੇ ਆ। ਬਿਲਕੁਲ ਜੀ, ਦੁਆਬੇ 'ਚ, ਕਿਉਂਕਿ ਪਹਿਲਾਂ ਲੋਕ ਬਾਹਰ ਚਲੇ ਗਏ ਤਾਂ ਫਿਰ ਪ੍ਰਵਾਸੀਆਂ ਨੇ ਉਹ ਸਾਰੇ ਕੰਮਕਾਰ ਜ਼ਿੰਮੇਵਾਰੀ ਸਾਂਭੀ। ਜਿਸ ਤਰ੍ਹਾਂ ਹੁਣ ਆਮ ਪ੍ਰਾਇਮਰੀ ਸਕੂਲ ਜਿਹੜੇ ਸਰਕਾਰੀ ਹੈਗੇ, ਉਹਨਾਂ ਦੇ ਵਿੱਚ 30-40 ਬੱਚੇ ਪੜ੍ਹਦੇ ਆ, ਸਾਡੇ ਸਕੂਲ ਦੇ ਵਿੱਚ 239 ਆ ਜੀ। ਤੇ ਫਿਰ ਰੀਸੈਂਟਲੀ ਸਕੂਲਾਂ 'ਚ ਪ੍ਰੋਜੈਕਟ ਕੀਤਾ, ਉਹਨਾਂ ਤੱਕ ਕਿੱਟਾਂ ਵੰਡੀਆਂ ਜੀ। ਤੇ ਉਹ ਵੀ ਪੰਜਾਬ ਦੇ ਕਈ ਸਕੂਲਾਂ 'ਚ ਹੋਈਆਂ। ਪਰ COVID-19 ਲੋਕਡਾਊਨ ਦੌਰਾਨ ਜਿਹੜਾ ਮੇਰਾ ਸਹੁਰਿਆਂ ਦਾ ਪਿੰਡ ਹੈਗਾ ਦਿਹਾਣਾ, ਉੱਥੇ ਵੀ ਲੋੜਵੰਦਾਂ ਨੂੰ ਫਿਰ ਰਾਸ਼ਨ ਪਹੁੰਚਾਇਆ ਗਿਆ। ਕਿਤੇ ਸਹੁਰਿਆਂ ਦਾ ਪਿੰਡ ਹੋਣ ਕਰਕੇ ਤਾਂ ਨਹੀਂ ਪਹੁੰਚਾਇਆ ਗਿਆ? ਨਹੀਂ, ਫਿਰ ਉਹ ਤਾਂ ਇੱਕ ਪਿੰਡ ਆ ਜਿੱਦਾਂ, ਪਰ ਪਿੰਡ ਆਪਾਂ ਪੰਜਾਬ ਦੇ ਬਹੁਤ ਕਵਰ ਕੀਤੇ ਆ। ਠੀਕ ਆ। ਤੇ ਆਪਾਂ ਨੂੰ ਇਹ ਆ ਵੀ ਰਿਸ਼ਤੇਦਾਰੀ ਦਾ ਨਹੀਂ, ਆਪਣਾ ਜਿਹੜਾ ਰਿਸ਼ਤਾ ਇਨਸਾਨੀਅਤ ਦਾ ਆ, ਬਿਲਕੁਲ, ਉਹ ਹਰ ਇੱਕ ਨਾਲ ਜੁੜਿਆ ਆ। ਬਿਲਕੁਲ, ਦਿਲ ਲੱਗੀ ਵੱਖਰੀ ਹੈ, ਕਿਉਂਕਿ ਤੁਹਾਡੇ ਨੋਨ ਬੰਦੇ ਜਿਹਨਾਂ ਪਿੰਡਾਂ 'ਚ ਹੁੰਦੇ ਨੇ, ਉੱਥੇ ਫਿਰ ਸੌਖਾ ਹੋ ਜਾਂਦਾ ਰਾਬਤਾ ਕਾਇਮ ਕਰਨਾ। ਤੇ ਜਿਹੜੇ ਲੋਕ ਤੁਹਾਡੇ ਜਾਣੂ ਹੁੰਦੇ ਨੇ, ਉਹਨਾਂ ਦੇ ਨਾਲ ਈਜ਼ੀਲੀ ਤੁਸੀਂ ਫਿਰ ਸਾਰੀ ਜਿਹੜੀ ਮੁਹਿੰਮ ਹੈ ਉਹਨੂੰ ਕੋਆਰਡੀਨੇਟ ਕਰ ਲੈਂਦੇ ਹੋ। ਵੱਖ-ਵੱਖ ਪਿੰਡਾਂ ਦੇ ਵਿੱਚ ਜਿੱਥੇ ਭਾਜੀ ਇਹ ਮਦਦ ਪਹੁੰਚੀ, ਉੱਥੇ ਨਾਲ ਮੈਂ ਇਹ ਵੀ ਦੁਬਾਰਾ ਪੁੱਛਣਾ ਚਾਹੁੰਦਾ, ਕਿਸਾਨ ਮੋਰਚੇ ਦੀ ਜਾਂ ਕਿਸਾਨ ਅੰਦੋਲਨ ਦੇ ਜਿਹੜੇ ਨਾਜ਼ੁਕ ਮੋੜ ਦੇ ਉੱਤੇ ਇਸ ਵਕਤ ਕਹਾਣੀ ਖੜੀ ਹੈ, ਉਹਨੂੰ ਲੈ ਕੇ ਸਾਡੇ ਜਿਹੜੇ NRI ਭੈਣਾਂ ਭਰਾ ਨੇ, ਉਹਨਾਂ ਨੇ ਵੀ ਕਾਫੀ ਜ਼ਿਆਦਾ ਹੁਣ ਤੱਕ ਸਹਿਯੋਗ ਦਿੱਤਾ। ਵੈਲਿੰਗਟਨ ਪਾਰਲੀਮੈਂਟ ਤੋਂ ਲੈ ਕੇ ਬੀਤੇ ਕੱਲ ਸਾਂਝ ਕਲੱਬ ਵੱਲੋਂ ਜਿਹੜਾ ਇੱਥੇ ਆਯੋਜਨ ਕੀਤਾ ਗਿਆ, ਉਸ ਤੋਂ ਪਹਿਲਾਂ ਮੈਨਕਾਓ ਦੇ ਵਿੱਚ ਆਯੋਜਨ ਹੋਇਆ, ਸਿਟੀ ਦੇ ਵਿੱਚ ਕਾਫੀ ਵੱਡਾ ਆਯੋਜਨ ਹੋਇਆ, ਹੇਸਟਿੰਗਸ ਦੇ ਵਿੱਚ, ਡੁਨੇਡਨ ਦੇ ਵਿੱਚ, ਕੁਈਨਸਟਾਊਨ ਦੇ ਵਿੱਚ, ਨੈਲਸਨ ਦੇ ਵਿੱਚ, ਕ੍ਰਾਈਸਟਚਰਚ ਦੇ ਵਿੱਚ, ਸਾਰੇ ਹੀ ਜਗ੍ਹਾ ਦੇ ਉੱਤੇ, ਟੋਰਾਂਗਾ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਲੋਕਾਂ ਨੇ ਇਸ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ। ਇਸ ਵਕਤ ਜਿਹੜੇ ਸਾਡੇ ਨੌਜਵਾਨੀ ਹੈ, ਇਹਨਾਂ ਮੁਲਕਾਂ ਦੇ ਵਿੱਚ ਆਈ ਹੋਈ ਹੈ, ਅੰਤਰਰਾਸ਼ਟਰੀ ਵਿਦਿਆਰਥੀ ਵਰਗ ਦੇ ਬਹੁਤ ਸਾਰੇ ਸਾਡੇ ਜਿਹੜੇ ਭੈਣਾਂ ਭਰਾ ਨੇ ਛੋਟੇ, ਉਹ ਇੱਥੇ ਆਪਣੀ ਮਿਹਨਤ ਮੁਸ਼ੱਕਤ ਕਰ ਰਹੇ ਨੇ, ਤੇ ਨਾਲ ਉਹਨਾਂ ਦੀ ਬਰੀਕ ਨਜ਼ਰ ਬਣੀ ਹੋਈ ਹੈ ਪੰਜਾਬ ਦੇ ਵਿੱਚ, ਦਿੱਲੀ ਦੇ ਵਿੱਚ ਹੋ ਰਿਹਾ ਘਟਨਾ ਚੱਕਰ ਦੇ ਉੱਤੇ। ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਸਭ ਤੋਂ ਜ਼ਰੂਰੀ ਤਾਂ ਇਹ ਹੈ ਜੀ ਵੀ ਇਹ ਏਕਤਾ ਬਣਾਈ ਰੱਖੋ। ਕਿਸੇ ਨੂੰ ਵੀ ਇਹ ਨਾ ਲੱਗੇ ਵੀ ਕਿਸੇ ਪਾਰਟੀ ਦਾ ਸੰਘਰਸ਼ ਆ ਜਾਂ ਕਿਸੇ ਇੱਕ ਜਥੇਬੰਦੀ ਦਾ ਸੰਘਰਸ਼ ਆ। ਇਹ ਲੋਕਾਂ ਦਾ ਸੰਘਰਸ਼ ਆ, ਇਹਨੂੰ ਲੋਕਾਂ ਦਾ ਸੰਘਰਸ਼ ਹੀ ਰਹਿਣ ਦਿਓ ਜੀ। ਬਹੁਤ ਖੁਸ਼ੀ ਦੀ ਗੱਲ ਆ ਵੀ ਇੰਨੇ ਲੋਕ ਇੱਕ ਝੰਡੇ ਥੱਲੇ ਇਕੱਠੇ ਹੋ ਰਹੇ ਆ, ਇੱਕ ਮਸਲੇ ਤੇ ਖੜੇ ਹੋ ਰਹੇ ਆ ਜੀ। ਇਹ ਛੋਟਾ ਸੰਘਰਸ਼ ਨਹੀਂ ਹੈਗਾ।
ਕਿਸਾਨ ਜਥੇਬੰਦੀਆਂ ਨੇ ਉਹਦੇ ਵਿੱਚ ਬਹੁਤ ਸਾਰੇ ਆਗੂ ਹੈਗੇ ਜਿਨ੍ਹਾਂ ਆਪਣੀ ਪੂਰੀ ਉਮਰ ਉਧਰ ਲਾਈ ਆ। ਬਿਲਕੁਲ ਤੇ ਬਿਲਕੁਲ। ਆਪਾਂ ਜਿਸ ਮੋੜ ਦੇ ਉੱਤੇ ਮੋਰਚਾ ਪਹੁੰਚ ਚੁੱਕਾ, ਅਸੀਂ ਉਹਨੂੰ ਖਰਾਬ ਨਾ ਕਰੀਏ। ਤੇ ਜੇ ਕੋਈ ਬਾਕੀ ਮੁੱਦਾ ਹੈਗਾ, ਕੋਈ ਧਾਰਮਿਕ ਮੁੱਦਾ ਹੈਗਾ, ਅਸੀਂ ਉਹ ਨਾਅਰੇ ਲਾਉਨੇ ਆ ਤਾਂ ਉਹਦੇ ਨਾਲ ਜਿਹੜਾ ਆ ਇਹ ਤੁਹਾਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਲੋਕ ਦੇਖ ਰਹੇ ਆ ਜੀ, ਤੇ ਉਹ ਬਹੁਤ ਬੁਰਾ ਪ੍ਰਭਾਵ ਪੈਂਦਾ। ਓਕੇ। ਤੇ ਜਿਹੜਾ ਹੁਣ ਨੈਕਸਟ ਸਟੈਪ ਹੈਗਾ ਵੀ ਜਿੱਦਾਂ ਹੁਣ ਪੰਜਾਬ ਦੇ ਵਿੱਚ ਕੀ ਹੈਗਾ ਵੀ ਜਿਹੜੇ ਲੋਕ ਇਕੱਠੇ ਹੋਏ ਆ ਤੇ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਬਿਜ਼ਨਸ ਚੱਲ ਰਹੇ ਆ ਉਹਨੂੰ ਠੱਪ ਕਰ ਰਹੇ ਆ। ਬਿਲਕੁਲ। ਸਭ ਤੋਂ ਵੱਡੀ ਸੱਟ ਇਹੀ ਮਾਰੀ ਜਾ ਸਕਦੀ ਆ ਵੀ ਜੇ ਕਾਰਪੋਰੇਟ ਘਰਾਣੇ ਬਹੁਤ ਤਕੜੇ ਹੋ ਗਏ ਆ, ਉਹ ਤਾਂ ਤਕੜੇ ਹੋਏ ਆ ਵੀ ਤੁਸੀਂ ਉਹਨਾਂ ਦਾ ਸਮਾਨ ਖਰੀਦਦੇ ਆ ਜੀ। ਜਿਸ ਵੇਲੇ ਉਹ ਸਮਾਨ ਤੁਸੀਂ ਘੱਟ ਖਰੀਦਣਾ ਸ਼ੁਰੂ ਕਰ ਦਿੱਤਾ ਜਾਂ ਨਾ ਖਰੀਦਣਾ ਸ਼ੁਰੂ ਕਰ ਦਿੱਤਾ ਤਾਂ ਉਹ ਉਹਨਾਂ ਨੂੰ ਜਿਹੜਾ ਅਸਲੀ ਦੁੱਖ ਲੱਗਣਾ ਤਾਂ ਉਹੀ ਘਾਟਾ ਪੈਣਾ। ਬਿਲਕੁਲ ਜੀ। ਤੇ ਜੇ ਅਸੀਂ ਆਪਸ ਵਿੱਚ ਹੀ ਵੰਡੀਆਂ ਪਾਈ ਗਏ, ਚਾਹੇ ਧਾਰਮਿਕ ਤੌਰ ਦੇ ਉੱਤੇ ਚਾਹੇ ਜਥੇਬੰਦੀਆਂ ਦੇ ਤੌਰ ਦੇ ਉੱਤੇ, ਤਾਂ ਫਿਰ ਆਪਾਂ ਇਕੱਠੇ ਨਹੀਂ ਰਹਿ ਸਕਦੇ। ਜਿਸ ਵੇਲੇ ਇਕੱਠੇ ਨਹੀਂ ਰਵਾਂਗੇ ਤਾਂ ਸਾਡੀ ਏਕਤਾ ਨਹੀਂ ਰਹਿਣੀ, ਤਾਂ ਉਸ ਵੇਲੇ ਸਾਡੀ ਜਿਹੜਾ ਕਮਜ਼ੋਰੀ ਵੱਧਦੀ ਆ। ਬਹੁਤ ਵਧੀਆ, ਬਹੁਤ ਖੂਬ ਗੱਲ ਕਹੀ ਤੁਸੀਂ। ਆਪਾਂ ਜਦੋਂ ਵਿਚਾਰਧਾਰਕ ਵਖਰੇਵਾਂ ਆਪਣੀ ਜਗ੍ਹਾ ਹੈ, ਲੇਕਿਨ ਇਸ ਵੇਲੇ ਵੱਡੇ ਨਿਸ਼ਾਨੇ ਦੇ ਉੱਤੇ ਨਜ਼ਰ ਰਹਿਣੀ ਚਾਹੀਦੀ ਹੈ। ਵਿਚਾਰਧਾਰਕ ਜਿਹੜਾ ਵਖਰੇਵਾਂ ਉਹ ਅਲੱਗ ਗੱਲ ਆ, ਪਰ ਜਿਹੜੀ ਆਪਣੀ ਇਸ ਵੇਲੇ ਇਸ ਮੋਰਚੇ ਦੇ ਪੱਖੋਂ ਜਿਹੜੀ ਆਪਾਂ ਜੇ ਗੱਲਬਾਤ ਦੇਖੀਏ ਤਾਂ ਸਾਨੂੰ ਉੱਥੇ ਇੱਕ ਥਾਂ ਤੇ ਹੀ ਰਹਿਣਾ ਚਾਹੀਦਾ। ਬਿਲਕੁਲ ਸਹੀ। ਉੱਥੇ ਨਹੀਂ ਬਦਲਾਅ ਸਾਡਾ ਹੋਣਾ ਚਾਹੀਦਾ। ਤੁਹਾਡੀ ਗੱਲ ਬਿਲਕੁਲ। ਕਿਉਂਕਿ ਜਿਹੜੀ ਇੱਕ ਭੁੱਖ ਲੱਗਦੀ ਆ ਉਹ ਹਰ ਇੱਕ ਧਰਮ ਨੂੰ ਲੱਗਦੀ ਆ, ਹਰ ਜਥੇਬੰਦੀ ਨੂੰ ਲੱਗਦੀ ਆ। ਇਸ ਵੇਲੇ ਭੁੱਖ ਦਾ ਮਸਲਾ ਆ ਕਿ ਜਿਸ ਵੇਲੇ ਉਹ ਸਾਡੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਕਰ ਗਏ, ਭੁੱਖ ਪੈਣੀ ਰਹਿ ਵੀ ਕੀ ਗਿਆ ਜਦ ਖੇਤ ਹੀ ਲੈ ਗਏ ਅਗਲੇ ਤੁਹਾਡੇ। ਬਿਲਕੁਲ, ਖੇਤ ਲੈ ਗਏ, ਭੁੱਖ ਪੈ ਗਈ। ਆਪਣਾ ਕਿਸੇ ਵੀ ਜਥੇਬੰਦੀ ਨਾਲ ਜੁੜੀਏ ਅਸੀਂ, ਖਾਣਾ ਤਾਂ ਫੇਰ ਵੀ ਹੈਗਾ ਨਾ ਜੀ। ਤਾਂ ਫਿਰ ਜਿਹੜੇ ਪੰਜਾਬੀ ਆ ਉਹ ਖਾਸ ਤੌਰ ਤੇ ਆਪਣੀ ਜ਼ਮੀਨ ਨੂੰ ਆਪਣੀ ਮਾਂ ਮੰਨਦੇ ਆ। ਬਿਲਕੁਲ। ਅੱਜ ਅਸੀਂ ਉਹਦੇ ਵਾਸਤੇ ਸੰਘਰਸ਼ ਕਰ ਰਹੇ ਹਾਂ। ਮੈਂ ਇੱਕ ਚੀਜ਼ ਹੋਰ ਵੀ ਮਹਿਸੂਸ ਕੀਤੀ, ਸ਼ਾਇਦ ਤੁਸੀਂ ਵੀ ਉਹਨੂੰ ਲਾਗਿਓ ਤੱਕਿਆ ਹੋਵੇ, ਜਿਹੜੀ ਸਾਡੀ ਇੱਥੋਂ ਦੀ ਜੰਪਲ ਪੀੜ੍ਹੀ ਹੈ ਉਹਨਾਂ ਨੂੰ ਸਾਡੇ ਬਿਨਾਂ ਦੱਸਿਆ ਹੀ ਪਤਾ ਸੀ ਕਿ ਅਸਲ 'ਚ ਸਾਡੇ ਨਾਲ ਕੀ ਧੱਕਾ ਹੋ ਰਿਹਾ। ਮੈਨੂੰ ਇਸ ਗੱਲ ਦੀ ਹੈਰਾਨੀ ਤੇ ਤਸੱਲੀ ਬਹੁਤ ਹੈ। ਹਾਂਜੀ ਬਿਲਕੁਲ, ਉਹਨਾਂ ਨੂੰ ਪਤਾ ਹੈ ਜੀ। ਉਹ ਦੇਖਦੇ ਵੀ ਆ ਇਸ ਸਾਰਾ ਉੱਥੇ ਕੀ ਹੋ ਰਿਹਾ, ਤੇ ਕਈ ਵਾਰ ਨਿਆਣੇ ਪੁੱਛਦੇ ਵੀ ਆ ਵੀ ਇਹ ਕੀ ਮਸਲਾ, ਗੱਲ ਕੀ ਆ। ਹਾਂ ਗੱਲ ਕੀ ਆ, ਤਾਂ ਉਹਨਾਂ ਨੂੰ ਫਿਰ ਦੱਸੀਦਾ ਆ। ਮੈਨੂੰ ਯਾਦ ਆ ਸਾਡੇ ਵਿੱਚੋਂ ਬਹੁਤਿਆਂ ਦੇ ਜਿਹੜੇ ਬੱਚੇ ਨੇ ਉਹ ਸਾਡੇ ਨਾਲ ਗਏ ਜੀ, ਜੋ ਮੁਜ਼ਾਹਰੇ ਦੇ ਵਿੱਚ ਅਸੀਂ ਸਿਟੀ ਗਏ। ਹਾਂਜੀ। ਔਰ ਅਸੀਂ, ਮੈਂ, ਸਤਨਾਮ ਵੀਰ, ਆਪਣਾ ਸੱਤਾ ਵਹਿਰਵਾਲੀਆ ਵੀਰ, ਹਰਦੇ ਮਾਹੀ ਨੰਗਲ, ਤੇ ਅਸੀਂ ਤਿੰਨੇ ਲਗਭਗ ਇਕੱਠੇ ਰਹੇ ਸਾਰਾ ਸਮਾਂ। ਤੇ ਸਾਡੇ ਤਿੰਨਾਂ ਦੇ ਪਰਿਵਾਰ ਗਏ ਹੋਏ ਸੀ ਜੀ ਪੂਰੇ। ਬਿਲਕੁਲ। ਔਰ ਮੈਂ ਬਾਅਦ ਚ ਉਹਨਾਂ ਨੂੰ ਪੁੱਛਿਆ ਬੱਚਿਆਂ ਨੂੰ, ਮੈਂ ਕਿਹਾ ਵੀ ਤੁਹਾਨੂੰ ਪਤਾ ਅਸਲ ਦੇ ਵਿੱਚ ਇਹ ਵੀ ਮਾਮਲਾ ਹੈ ਕਿ ਉਹ ਕਹਿੰਦੇ ਵੀ ਸਾਨੂੰ ਸੋਸ਼ਲ ਮੀਡੀਆ ਦੇ ਉੱਤੇ ਇਸ ਵਾਰ ਇੰਨਾ ਜ਼ਿਆਦਾ ਇਸ ਚੀਜ਼ ਨੇ ਪ੍ਰਭਾਵ ਕੀਤਾ ਕਿ ਸਾਰੇ ਬੱਚੇ ਨੂੰ ਜਿਹੜਾ ਇੱਥੋਂ ਦਾ ਬੌਰਨ ਬੱਚਾ ਵੀ ਹੈ ਜਿਹਦੀ ਉਮਰ 11-12 ਸਾਲ ਆ, ਉਹਨੂੰ ਵੀ ਪਤਾ ਆ, ਤੇ ਉਹ ਆਪ ਮੁਹਾਰੇ ਉੱਥੇ ਆਇਆ ਸੀ, ਕਿਸੇ ਨੇ ਨਹੀਂ ਕਿਹਾ। ਬਿਲਕੁਲ। ਜਿਸ ਤਰ੍ਹਾਂ ਪ੍ਰੋਟੈਸਟ ਕਈ ਹੋਇਆ, ਉਹਨਾਂ ਦੇ ਵਿੱਚੋਂ ਇੱਕ ਦੇ ਵਿੱਚ ਮੈਂ ਨਹੀਂ ਗਿਆ ਸੀਗਾ, ਉੱਥੇ ਸਾਡਾ ਬੇਟਾ ਗਿਆ ਸੀਗਾ ਔਰ ਬਿਨਾਂ ਕਹਿਣ ਤੋਂ ਗਿਆ ਸੀ। ਤੁਸੀਂ ਨਹੀਂ ਕਿਹਾ ਉਹਨੂੰ ਵੀ ਕਾਕਾ ਜਾਣਾ? ਮੈਂ ਨਹੀਂ ਕਿਹਾ ਉਹਨੂੰ। ਦੇਖੋ, ਜਿਸ ਵੇਲੇ ਕਿਸੇ ਤੋਂ ਕੰਮ ਕਹਿ ਕੇ ਕਰਵਾਉਂਦੇ ਆ ਨਾ ਤਾਂ ਉਹ ਇੱਕ ਮਜਬੂਰੀ ਹੋ ਜਾਂਦੀ, ਜਾਂ ਕਹਿਣਾ ਵੀ ਮੇਰਾ ਡੈਡੀ ਕਹਿੰਦਾ ਕਰੂਗਾ, ਪਰ ਉਹ ਆਪ ਗਿਆ। ਸਵਾਦ ਆ ਗਿਆ। ਵੈਰੀ ਗੁੱਡ। ਤੇ ਉਹ ਵਧੀਆ ਗੱਲ ਹੈ। ਅੱਛਾ, ਹੁਣ ਕਰੰਟਲੀ ਜੇ ਅਸੀਂ ਦੇਖਦੇ ਹਾਂ ਨਿਊਜ਼ੀਲੈਂਡ ਦੇ ਵਿੱਚ, ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਕਿ ਵੱਡੀ ਗਿਣਤੀ ਦੇ ਵਿੱਚ ਸਾਡਾ ਜਿਹੜਾ ਭਾਈਚਾਰਾ ਇੱਥੇ ਵੱਸਦਾ, ਨਵੇਂ ਪ੍ਰਵਾਸੀ ਜਿਹੜੇ ਨੇ ਉਹ ਵੀ ਲਗਾਤਾਰ ਵੱਧ ਰਹੇ ਨੇ। ਤੁਸੀਂ ਇਸ ਸਾਰੇ ਮਾਮਲੇ ਨੂੰ ਲੈ ਕੇ ਜਿਹੜਾ ਅੱਗੇ ਸਾਹਿਤ ਦਾ ਭੰਡਾਰ ਆ, ਜਿਵੇਂ ਮੈਨੂੰ ਰੇਵਾ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਕਿ ਅੰਜੜ ਪੰਜਾਬੀ ਨਿਊਜ਼ ਦੇ ਹਾਲ ਦੇ ਵਿੱਚ ਕਿਤਾਬਾਂ ਪਈਆਂ, ਤੇ ਗਾਂ ਨੂੰ ਭਵਿੱਖ ਦੇ ਵਿੱਚ ਯੋਜਨਾ ਜਿਹੜੀ ਹੈ ਇੱਥੇ ਬਣ ਰਹੀ ਹੈ ਕਿ ਪਾਪਾ ਟੋਇਟੋ ਦੇ ਵਿੱਚ, ਕਿਉਂਕਿ ਸੁਖਨਾਮ ਬਹੁਤ ਵੱਡਾ ਭਾਈਚਾਰਾ ਸਾਡਾ, ਸੋ ਅਸੀਂ ਉਮੀਦ ਕਰੀਏ ਕਿ ਇੱਦਾਂ ਹੀ ਸਾਹਿਤ ਦਾ ਲੰਗਰ ਜਿਹੜਾ ਅਵਤਾਰ ਤਰਕਸ਼ੀਲ ਜਿਹੜੇ ਨੇ ਉਹ ਪਾਪਾ ਟੋਇਟੋ ਦੇ ਵਿੱਚ ਵੀ ਲਾਉਣਗੇ, ਰਹਿੰਦੇ ਭਾਵੇਂ ਮੁੱਕੀ ਕੋਈ ਚ ਨੇ। ਹਾਂਜੀ ਬਿਲਕੁਲ ਜੀ, ਇਹ ਲੰਗਰ ਬਹੁਤ ਜ਼ਰੂਰੀ ਆ। ਪੈਪਾ ਟੋਈ ਦੇ ਵਿੱਚ ਵੀ ਲੰਗਰ ਲਾਵਾਂਗੇ ਤੇ ਕਿਉਂਕਿ ਬਹੁਤ ਖੁਸ਼ੀ ਹੋਊਗੀ, ਕਿਉਂਕਿ ਪੈਪਾ ਟੋਈ ਜਿਹੜਾ ਆ ਇੱਕ ਪੰਜਾਬ ਬਣ ਗਿਆ ਇੱਥੇ, ਬਣ ਗਿਆ ਜੀ। ਤੇ ਇਸ ਕਰਕੇ ਸਾਰਾ ਕੁਝ ਲਾਗੇ ਲੱਗੇ ਆ। ਹਾਂ ਬਿਲਕੁਲ, ਸਾਰਾ ਕੁਝ ਲਾਗੇ ਆ। ਤੇ ਹੁਣ ਤਾਂ ਤੁਸੀਂ ਰੇਡੀਓ ਵੀ ਚਲਾ ਰਹੇ ਇੱਥੋਂ ਜੀ। ਬਜ਼ੁਰਗ ਹੁਣ ਜਦੋਂ ਆਉਂਦੇ ਆ ਪੈਦਲ, ਹਾਂਜੀ, ਬਜ਼ੁਰਗਾਂ ਨੂੰ ਨਾਲ ਹੀ, ਚਾਹੇ ਰੀਅਲ ਐਸਟੇਟ ਆ, ਚਾਹੇ ਵਕੀਲ ਆ, ਚਾਹੇ ਬੇਕਨ ਬੀਨਸ ਵਾਲੇ ਆ, ਤੇ ਕਾਰ ਮਕੈਨਿਕ ਆ, ਸਾਰਾ ਪੰਜਾਬੀ ਜਾਂ ਭਾਰਤੀ ਮੂਲ ਦੇ ਲੋਕਾਂ ਦੇ ਨਾਲ ਭਰ ਗਿਆ ਜੀ। ਬਿਲਕੁਲ ਜੀ, ਇਹ ਤਾਂ ਬਹੁਤ ਵਧੀਆ ਗੱਲ ਆ ਵੀ ਇੱਥੇ ਜਿਸ ਵੇਲੇ ਸਾਰਾ ਸੈਟਅਪ ਹੋ ਜਾਵੇ ਵੀ ਆਪਣੇ ਕੋਲ ਰੇਡੀਓ ਵੀ ਹੋ ਗਿਆ, ਆਪਣੇ ਕੋਲ ਇੱਥੇ ਛੋਟਾ ਸੈਮੀਨਾਰ ਕਰਨ ਵਾਸਤੇ ਜਗ੍ਹਾ ਵੀ ਹੋ ਗਿਆ, ਤੇ ਇੱਥੇ ਆ ਕੇ ਸਾਰੇ ਸੱਜਣ ਪੜ੍ਹ ਲਿਖ ਸਕਦੇ, ਲਾਇਬ੍ਰੇਰੀ ਹੋ ਗਈ। ਤਾਂ ਆਪਾਂ ਨੂੰ ਇਹੀ ਚੀਜ਼ ਦੀ ਲੋੜ ਹੈ। ਇੱਕ ਕਹਿ ਲਓ ਵੀ ਜਿਹੜਾ ਆਪਾਂ ਖਾਣ ਪੀਣ ਦਾ ਲੰਗਰ ਲਾਉਨੇ ਆ, ਉਹ ਆਪਣੀ ਇੱਕ ਵੇਲੇ ਦੀ ਢਿੱਡ ਦੀ ਭੁੱਖ ਮਿਟਾਉਂਦਾ ਜੀ। ਇੱਕ ਜਿਹੜਾ ਅਸੀਂ ਬਹੁਤ ਕਿਸਮਤ ਵਾਲੇ ਆ ਜੀ, ਜਿਹੜੇ ਪਾਪਾ ਟੋਏ ਪਿੰਡ ਦੇ ਵਿੱਚ ਅਸੀਂ ਬੈਠੇ ਗੱਲਾਂ ਕਰ ਰਹੇ ਆ, ਉੱਥੇ ਇੱਕ ਨਹੀਂ, ਦੋ ਨਹੀਂ, ਬਲਕਿ 3 ਗੁਰੂ ਘਰ ਆ। ਹਾਂਜੀ ਬਿਲਕੁਲ। ਸੋ ਖਾਣ ਪੀਣਾ ਲੰਗਰ ਜਿਹੜਾ ਬਾਬੇ ਦੀ ਕਿਰਪਾ ਨਾਲ ਉੱਥੇ ਹੈਗਾ। ਬਿਲਕੁਲ। ਤੇ ਜਿਹੜਾ ਆਪਾਂ ਕਿਤਾਬਾਂ ਦਾ ਲੰਗਰ ਲਾਉਨੇ ਆ, ਜਾਣੀ ਕਿ ਉਹ ਗਿਆਨ ਦਾ ਲੰਗਰ ਆ,
ਉਹ ਹਮੇਸ਼ਾ ਹੀ ਤੁਹਾਡੇ ਕੋਲ ਰਹਿੰਦਾ। ਉਹਦੀ ਇੱਕ ਖਾਸੀਅਤ ਇਹ ਆ ਕਿ ਤੁਹਾਡੇ ਕੋਲ ਕੋਈ ਰੋਟੀ ਖੋ ਸਕਦਾ, ਜੀ, ਪੈਸਾ ਖੋ ਸਕਦਾ। ਜਿਹੜੀ ਕਿਤਾਬ ਪੜ੍ਹੀ ਉਹ ਗਿਆਨ ਮਿਲਿਆ ਤੁਹਾਨੂੰ, ਉਹ ਨਹੀਂ ਕੋਈ ਖੋ ਸਕਦਾ। ਚਾਹੇ ਭਾਵੇਂ ਕੋਈ ਕਾਰਪੋਰੇਟ ਘਰਾਣਾ ਵੀ ਜ਼ੋਰ ਲਾ ਲਵੇ, ਬਿਲਕੁਲ ਤੁਹਾਡੇ ਗਿਆਨ ਨੂੰ ਉਹ ਖੋ ਨਹੀਂ ਸਕਦਾ। ਕਿਆ ਬਾਤ ਹੈ। ਇਸ ਬਹੁਤ ਕਰਕੇ ਖੂਬ ਗੱਲ। ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਗਿਆਨ ਦਾ ਲੰਗਰ ਲਾਇਆ ਜਾਵੇ ਜੀ, ਜਿਹੜਾ ਹਮੇਸ਼ਾ ਹੀ ਕੋਲ ਰਹੇ। ਦੋਸਤੋ ਦੂਜੇ ਪੜਾਅ ਦੀ ਗੱਲ ਹੋ ਰਹੀ ਹੈ ਅਵਤਾਰ ਤਰਕਸ਼ੀਲ ਉਹਨਾਂ ਦੇ ਨਾਲ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਪਰਮਿੰਦਰ ਸਿੰਘ ਪਾਪਾ ਟੋਇਟੋ। ਰੇਡੀਓ ਸਪਾਈਸ ਉੱਤੇ ਪ੍ਰੋਗਰਾਮ ਚੱਲ ਰਿਹਾ ਨਾਲੇ ਗੱਲਾਂ ਨਾਲੇ ਗੀਤ। ਅੰਤਲੇ ਮੋੜ ਦੇ ਉੱਤੇ ਅਸੀਂ ਅਵਤਾਰ ਭਾਜੀ ਦੇ ਨਾਲ, ਭਾਜੀ ਕੋਈ ਐਸੀ ਗੱਲ ਜਿਹੜੀ ਮੈਂ ਪੁੱਛਣੋਂ ਰਹਿ ਗਿਆ ਹੋਵਾਂ ਤੇ ਤੁਸੀਂ ਸੋਚਿਆ ਹੋਵੇ ਵੀ ਆਪਣੇ ਮਿੱਤਰਾਂ ਦੇ ਨਾਲ, ਸੁਣਨ ਵਾਲੇ ਸਰੋਤਿਆਂ ਦੇ ਨਾਲ ਆਪਾਂ ਉਸ ਗੱਲ ਦੀ ਸਾਂਝ ਪਾਉਣੀ ਜ਼ਰੂਰ ਹੈ, ਉਹ ਤੁਸੀਂ ਜ਼ਰੂਰ ਸਾਂਝੀ ਕਰੋ। ਮੇਰੇ ਵੱਲੋਂ ਤਾਂ ਜੀ ਸਾਰਿਆਂ ਨੂੰ ਇਹੋ ਹੀ ਬੇਨਤੀ ਆ ਵੀ ਸਹਿਯੋਗ ਬਣਾਈ ਰੱਖੋ। ਇਸ ਵੇਲੇ ਸਾਰਿਆਂ ਦੇ ਸਹਿਯੋਗ ਦੀ ਬਹੁਤ ਲੋੜ ਆ ਜੀ, ਤੇ ਜੇ ਕੋਈ ਜੁਦੇ ਹੋਣ ਵਾਲੀ ਵੱਖਰੀ ਗੱਲ ਕਰਦਾ ਹੈ ਤਾਂ ਉਹਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਬਹੁਤ ਖੂਬ। ਤੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਜੀ, ਮੌਜੂਦਾ ਹਾਲਾਤ ਦਾ ਜਿਹੜਾ ਮੁਕਾਬਲਾ ਕਰੋ। ਬਹੁਤ ਸੋਹਣੀ ਗੱਲ ਕੀਤੀ ਤੁਸੀਂ, ਬਹੁਤ ਵਧੀਆ। ਬੜੀ ਜ਼ਰੂਰਤ ਹੈ ਦੋਸਤੋ ਏਕੇ ਤੇ ਇਤਫਾਕ ਦੀ। ਬੀਤੇ ਸਮੇਂ ਦੇ ਇਤਿਹਾਸ ਵੱਲ ਜਦੋਂ ਨਜ਼ਰ ਮਾਰਦੇ ਹਾਂ ਤੇ ਇਹੀ ਗੱਲ ਨਜ਼ਰ ਆਉਂਦੀ ਹੈ, ਜਿੰਨੇ ਏਕੇ ਇਤਫਾਕ ਦੇ ਨਾਲ ਤੁਸੀਂ ਕਿਸੇ ਇੱਕ ਸਮਰੱਥ ਵਿਅਕਤੀ ਜਾਂ ਬਹੁਤ ਸਾਰੇ ਸਮਰੱਥ ਵਿਅਕਤੀਆਂ ਦੇ ਅਗਵਾਈ ਦੇ ਹੇਠਾਂ ਇੱਕ ਝੰਡੇ ਹੇਠ ਇਕੱਠੇ ਹੁੰਦੇ ਹੋ ਤੇ ਮੋਰਚੇ ਫਤਿਹ ਕਰਨੇ ਕੋਈ ਔਖੇ ਨਹੀਂ। ਸੋ ਇੱਥੇ ਅਸੀਂ ਅਵਤਾਰ ਭਾਜੀ ਤੋਂ ਆਗਿਆ ਲਵਾਂਗੇ। ਆਉਣ ਵਾਲੇ ਅੱਧੇ ਘੰਟੇ ਦੇ ਦੌਰਾਨ ਕੁਝ ਹੋਰ ਗੀਤ ਸੰਗੀਤ ਤੇ ਕੁਝ ਫਰਮਾਇਸ਼ਾਂ ਫੇਸਬੁੱਕ ਰਾਹੀਂ ਪੁੱਜੀਆਂ ਨੇ, ਉਹਨਾਂ ਨੂੰ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੇ ਕਰਦੇ ਚੱਲਾਂਗੇ। ਭਾਜੀ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ, ਕਿਉਂਕਿ ਤੁਹਾਡੇ ਫੋਨ ਦੇ ਉੱਤੇ ਮੈਂ ਦੇਖ ਰਿਹਾ ਸੀ ਵੱਖ-ਵੱਖ ਲੋਕਾਂ ਦੇ ਫੋਨ ਜਿਹੜੇ ਉਹ ਠਾਹ ਵੱਜ ਰਹੇ ਸੀ, ਪਰ ਤੁਸੀਂ ਫੇਰ ਵੀ ਆਪਣਾ ਉਹ ਸਮਾਂ ਜਿਹੜਾ ਉਹਨਾਂ ਨੂੰ ਦੇਣਾ ਸੀ ਉਹ ਸਾਨੂੰ ਦਿੱਤਾ, ਸਾਡੇ ਸੁਣਨ ਵਾਲੇ ਦੇਖਣ ਵਾਲੇ ਦਰਸ਼ਕਾਂ ਤੇ ਸਰੋਤਿਆਂ ਨੂੰ ਦਿੱਤਾ। ਉਹਦੇ ਲਈ ਅਸੀਂ ਤੁਹਾਡੇ ঋਣੀ ਆ। ਬਿਲਕੁਲ ਪਰਮਿੰਦਰ ਸਿੰਘ ਜੀ, ਠੀਕ ਹੈ। ਤੁਸੀਂ ਅੱਜ ਐਕਚੁਅਲੀ ਆਪਣੇ 2 ਵਿਆਹ ਚੱਲ ਰਹੇ ਹੈਗੇ ਆ ਜੀ, ਤੇ ਉਹ ਤਾਂ ਮੈਂ ਤੁਹਾਡਾ ਫੁੱਲਾਂ ਵਾਲੇ ਝੱਗਾ ਪਾਇਆ ਦੇਖ ਕੇ ਅੰਦਾਜ਼ਾ ਲਾ ਲਿਆ। ਹਾਂਜੀ, ਤਾਂ ਉਹਦੇ ਵਿੱਚੋਂ ਮੈਂ ਸਮਾਂ ਕੱਢ ਕੇ ਆਇਆ ਸੀਗਾ ਤੇ ਅੱਜ ਫੋਨ ਆਉਣੇ ਸੁਭਾਵਿਕ ਹੀ ਹੈਗੇ ਆ, ਤਾਂ ਉਹਨਾਂ ਤੋਂ ਵੀ ਜਾ ਕੇ ਮਾਫੀ ਮੰਗਦੇ ਆ ਜੀ। ਹਾਂਜੀ, ਤੁਹਾਡਾ ਬਹੁਤ ਸ਼ੁਕਰੀਆ, ਧੰਨਵਾਦ ਜੀ, ਬਹੁਤ ਸ਼ੁਕਰੀਆ। ਤੁਸੀਂ ਇੰਨਾ ਸਮਾਂ ਦਿੱਤਾ ਔਰ ਖਾਸ ਤੌਰ ਤੇ ਆਉਣ ਜਾਣ ਦੇ ਵਿੱਚ ਵੀ ਜਿਹੜਾ ਸਮਾਂ ਤੁਹਾਡਾ ਲੱਗਾ। ਅਸੀਂ ਕੁੱਲ 2 ਘੰਟੇ ਲਈ ਅਵਤਾਰ ਤਰਕਸ਼ੀਲ ਹੋਣਾ ਦਾ ਅੱਜ ਦਾ ਸਮਾਂ ਲਿਆ, ਜਿਹਦੇ ਲਈ ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ। ਆਉਂਦੇ ਸਮਿਆਂ ਦੇ ਵਿੱਚ ਜਿਵੇਂ ਉਹਨਾਂ ਨੇ ਜ਼ਿਕਰ ਕੀਤਾ ਕਿ ਵਿਸ਼ੇਸ਼ ਤੌਰ ਤੇ ਜਿਹੜੀ ਇੱਥੇ ਸਾਹਿਤ ਦਾ ਲੰਗਰ ਲੱਗੇਗਾ ਨੰਬਰ 35 ਈਸਟ ਮਾਕੀ ਰੋਡ ਪਾਪਾ ਟੋਇਟੋ ਦੇ ਵਿੱਚ ਵੀ, ਕਿਉਂਕਿ ਆਪਣਾ ਜਿਹੜਾ ਇੱਥੋਂ ਦਾ ਭਾਈਚਾਰਾ ਉਹਨੂੰ ਕੇਟਰ ਕਰਨ ਲਈ ਅਵਤਾਰ ਭਾਜੀ ਇੱਕ ਵਿਸ਼ੇਸ਼ ਉਮੀਦ ਦੇ ਬੰਦੇ ਨੇ ਔਰ ਇਸੇ ਉਮੀਦ ਦੇ ਵਿੱਚੋਂ ਹੀ ਅਸੀਂ ਇਸ ਮੁਲਾਕਾਤ ਦੀ ਸਮਾਪਤੀ ਜਿਹੜੀ ਹੈ ਉਹ ਕਰਦੇ ਹਾਂ। ਸੋ ਸਿਰ ਕਰਜ਼ਾ ਲੈ ਕੇ ਮਰਨਾ ਹੁੰਦਾ ਨਹੀਂ ਹੈ ਚੰਗਾ, ਲਫ਼ਜ਼ਾਂ 'ਚ ਮੋੜ ਦੇਵੀਂ ਇਸ ਜੱਗ ਤੋਂ ਜੋ ਲਵੇਂਗਾ। ਅਵਤਾਰ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ। ਸ਼ੁਕਰੀਆ ਦੋਸਤੋ, ਮੁੜ ਹਾਜ਼ਰ ਹੁੰਦੇ ਆ ਤੁਹਾਡੇ ਆਪਣੇ ਰੇਡੀਓ ਸਪਾਈਸ ਦੀਆਂ ਤਰੰਗਾਂ ਤੇ।